ਕੰਚ ਟੀਵੀ ਨਾਲ ਜੁੜ ਬੈਠੇ ਸਾਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਭੁਪਿੰਦਰ ਅਹੀਰ ਵੱਲੋਂ ਜੈ ਗੁਰਦੇਵ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਤੇ। ਅੱਜ ਦੇ ਪ੍ਰੋਗਰਾਮ ਵਿੱਚ ਆਪ ਸਾਰਿਆਂ ਨੂੰ ਸਾਂਝੀਵਾਲਤਾ ਦੇ ਪ੍ਰੋਗਰਾਮ ਆਪ ਸਾਰਿਆਂ ਨੂੰ ਜੀ ਆਇਆਂ ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦੇ ਪਰਿਵਾਰ ਦੋਸਤ ਮਿੱਤਰ ਆਪਸ ਦੇ ਵਿੱਚ ਬੜੇ ਪ੍ਰੇਮ ਪਿਆਰ ਦੇ ਨਾਲ ਸਿਹਤਮੰਦ ਤਰੀਕੇ ਦੇ ਨਾਲ ਬੜੇ ਹੀ ਚੰਗੇ ਤਰੀਕੇ ਦੇ ਨਾਲ ਆਪਣੇ ਘਰਾਂ ਵਿੱਚ ਖੁਸ਼ੀਆਂ ਦਾ ਆਨੰਦ ਮਾਣ ਰਹੇ ਹੋਵੋਗੇ, ਕਿਉਂਕਿ ਅਸੀਂ ਜੋ ਮੰਡੇ ਦਾ ਪ੍ਰੋਗਰਾਮ ਹੁੰਦਾ ਹੈ ਉਸ ਦੇ ਵਿੱਚ ਸਾਂਝੀਵਾਲਤਾ ਦੀ ਗੱਲ ਕਰਿਆ ਕਰਦੇ ਹਾਂ, ਆਪਸ ਵਿੱਚ ਪ੍ਰੇਮ ਭਾਈਚਾਰਾ ਅਤੇ ਯੂਨਿਟੀ ਦੀ ਗੱਲ ਕਰਿਆ ਕਰਦੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਿਆ ਕਰਦੇ ਹਾਂ। ਸਾਰੇ ਸੱਜਣ ਦੋਸਤ ਮਿੱਤਰ ਭਾਵੇਂ ਕਿਸੇ ਵੀ ਧਰਮ, ਕਿਸੇ ਵੀ ਜਾਤ, ਕਿਸੇ ਵੀ ਮਜ਼ਹਬ ਦੇ ਨਾਲ ਲਿੰਕ ਰੱਖਦੇ ਹੋਣ, ਅਸੀਂ ਸਭਨਾਂ ਦੀ ਭਲਾਈ ਦੀ ਹੀ ਗੱਲ ਕਰਿਆ ਕਰਦੇ ਹਾਂ, ਕਿਉਂਕਿ ਅਸੀਂ ਵੱਖ-ਵੱਖ ਵੇਦ ਪੜ੍ਹਦੇ ਹਾਂ, ਪੁਰਾਣ ਪੜ੍ਹਦੇ ਹਾਂ, ਕੁਰਾਨ ਪੜ੍ਹਦੇ ਹਾਂ, ਬਾਈਬਲ ਪੜ੍ਹਦੇ ਹਾਂ, ਗ੍ਰੰਥ ਪੜ੍ਹਦੇ ਹਾਂ, ਵੱਖ-ਵੱਖ ਤੀਰਥ ਅਸਥਾਨਾਂ 'ਤੇ ਜਾਂਦੇ ਹਾਂ। ਸਾਡੇ ਆਪੋ ਆਪਣੇ ਰੀਤ ਰਿਵਾਜ ਹੁੰਦੇ ਹਨ, ਰਿਚੁਅਲਸ ਹੁੰਦੇ ਹਨ। ਅਸੀਂ ਆਪਣੇ ਰਿਚੁਅਲਸ ਦੇ ਨਾਲ, ਆਪਣੇ ਰੀਤ ਰਿਵਾਜਾਂ ਦੇ ਨਾਲ ਆਪਣੇ ਮਨ ਦੀ ਸੈਟਿਸਫੈਕਸ਼ਨ ਨੂੰ ਅਸੀਂ ਹਮੇਸ਼ਾ ਹੀ ਲੱਭਦੇ ਰਹਿੰਦੇ ਹਾਂ। ਹਰ ਇੱਕ ਬੰਦਾ ਕਿਤੇ ਨਾ ਕਿਤੇ ਜਦ ਵੀ ਉਹ ਕਿਤੇ ਵੀ ਤੀਰਥ ਅਸਥਾਨ 'ਤੇ ਜਾਂਦਾ ਹੈ ਜਾਂ ਕਿਸੇ ਮੰਦਰ ਵਿੱਚ ਜਾਂਦਾ ਹੈ ਜਾਂ ਕਿਸੇ ਮਸਜਿਦ ਵਿੱਚ ਜਾਂਦਾ ਹੈ, ਉੱਥੋਂ ਕੁਛ ਨਾ ਕੁਛ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਉੱਥੋਂ ਕੁਛ ਨਾ ਕੁਛ ਗੇਨ ਕਰਨ ਦੀ ਗੱਲ ਕਰਦਾ ਹੈ। ਅਸੀਂ ਇੰਨੇ ਸੈਲਫਿਸ਼ ਹੋ ਚੁੱਕੇ ਹਾਂ ਕਿ ਅਸੀਂ ਉਹਨਾਂ ਜਗ੍ਹਾ 'ਤੇ ਜਾ ਕੇ ਵੀ ਅਸੀਂ ਆਪਣੇ ਪਰਿਵਾਰ ਦੀ ਤੇ ਆਪਣੇ ਬੱਚਿਆਂ ਦੀ ਸੋਚ ਤੱਕ ਹੀ ਸੋਚਦੇ ਹਾਂ। ਕਦੇ ਅਸੀਂ ਸੋਚਦੇ ਹਾਂ ਕਿ ਮੇਰੇ ਕਾਰੋਬਾਰ ਵਿੱਚ ਬਰਕਤ ਹੋ ਜਾਵੇ, ਕਦੇ ਅਸੀਂ ਸੋਚਦੇ ਹਾਂ ਕਿ ਸਾਡੇ ਬੱਚੇ ਪੜ੍ਹ ਜਾਣ, ਕਦੇ ਅਸੀਂ ਸੋਚਦੇ ਹਾਂ ਕਿ ਮੈਨੂੰ ਚੰਗੀ ਸਿਹਤ ਮਿਲ ਜਾਵੇ। ਪਰ ਅੱਜ ਅਸੀਂ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਖੜੇ ਹੋ ਗਏ ਹਾਂ ਜਿੱਥੇ ਆਪਾਂ ਸਾਰੇ ਹੀ ਇੱਕ ਦੂਸਰੇ ਦਾ ਦੁੱਖ ਸਮਝਦੇ ਹਾਂ, ਸਾਰੇ ਹੀ ਆਪਾਂ ਇੱਕ ਦੂਸਰੇ ਨੂੰ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦੇ ਹਾਂ। ਕਹਿੰਦੇ ਨੇ ਕਿ ਪ੍ਰੋਟੈਕਟ ਦਾ ਅਦਰਸ ਇਨ ਦਾ ਸੇਮ ਵੇ ਯੂ ਵਾਂਟ ਟੂ ਪ੍ਰੋਟੈਕਟ ਯੂਰਸੈਲਫ। ਅੱਜ ਸਾਨੂੰ ਇਸ ਚੀਜ਼ ਦੀ ਡੈਫੀਨੇਸ਼ਨ ਸਹੀ ਤਰੀਕੇ ਦੇ ਨਾਲ ਸਮਝ ਆ ਗਈ ਹੈ। ਦੁਨੀਆ ਵਿੱਚ ਚਲਦਿਆਂ ਇੱਕ ਬੜੀ ਸਪੀਡ ਦੇ ਨਾਲ ਦੌੜ ਲੱਗੀ ਹੋਈ ਸੀ। ਹਰ ਇੱਕ ਆਦਮੀ ਕਹਿ ਰਿਹਾ ਸੀ ਕਿ ਮੇਰੇ ਕੋਲ ਟਾਈਮ ਨਹੀਂ, ਮੇਰੇ ਕੋਲ ਸਮਾਂ ਨਹੀਂ, ਮੈਂ ਕੰਮ ਤੇ ਜਾਣਾ ਹੈ, ਮੈਂ ਕੰਮ ਤੋਂ ਲੇਟ ਹੋ ਗਿਆ ਹਾਂ। ਬੱਚਿਆਂ ਦੇ ਕੋਲ ਆਪਣੇ ਪੇਰੈਂਟਸ ਨੂੰ ਮਿਲਣ ਦਾ ਟਾਈਮ ਨਹੀਂ ਸੀ, ਪੇਰੈਂਟਸ ਦੇ ਕੋਲ ਆਪਣੇ ਬੱਚਿਆਂ ਨੂੰ ਮਿਲਣ ਦਾ ਟਾਈਮ ਨਹੀਂ ਸੀ, ਰਿਸ਼ਤੇਦਾਰਾਂ ਦੋਸਤ ਮਿੱਤਰਾਂ ਦੇ ਕੋਲ ਕੋਈ ਟਾਈਮ ਨਹੀਂ ਸੀ। ਪਰ ਲੱਗਦਾ ਹੈ ਕਿ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਅਸੀਂ ਇੱਕ ਜ਼ਿੰਦਗੀ ਨੂੰ ਬਹੁਤ ਹੀ ਸਲੋ ਸਪੀਡ ਤੇ ਅਸੀਂ ਇਸ ਨੂੰ ਦੇਖ ਰਹੇ ਹਾਂ ਕਿ ਘਰ ਬੈਠਿਆਂ ਦਾ ਵੀ ਸਾਡਾ ਟਾਈਮ ਨਹੀਂ ਲੰਘਦਾ। ਤੇ ਜੋ ਬਿਮਾਰੀ ਹੈ COVID-19 ਜਿਸ ਨੂੰ ਕਰੋਨਾ ਵਾਇਰਸ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਇਸ ਦੇ ਨਾਲ ਲੱਖਾਂ ਹੀ ਮੌਤਾਂ ਹੋ ਚੁੱਕੀਆਂ ਹਨ, ਡੈਥ ਹੋ ਚੁੱਕੀਆਂ ਹਨ। ਬੜੀ ਸਪੀਡ ਦੇ ਨਾਲ ਇਸ ਕੁਦਰਤੀ ਕਿਆਮਤ ਦੇ ਨਾਲ ਲੋਕ ਮਾਰੇ ਜਾ ਰਹੇ ਹਨ। ਜਿਸ ਤਰ੍ਹਾਂ ਬਾਬਾ ਫਰੀਦ ਜੀ ਨੇ ਕਿਹਾ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਕੋਠੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ ਹੱਗ। ਅੱਜ ਅਸੀਂ ਦੇਖਦੇ ਹਾਂ ਕਿ ਵਰਲਡ ਵਾਈਡ ਤਕਰੀਬਨ ਸਾਰੀ ਦੁਨੀਆ ਦੇ ਵਿੱਚ 167,369 ਮੌਤਾਂ ਹੋ ਚੁੱਕੀਆਂ ਹਨ। 1,67,000 ਤੋਂ ਜ਼ਿਆਦਾ ਡੈਥ ਹੋ ਚੁੱਕੀਆਂ ਹਨ, ਜਿਸ ਦੇ ਵਿੱਚ ਅਮਰੀਕਾ ਦੇ ਵਿੱਚ 40,000, ਫਰਾਂਸ ਦੇ ਵਿੱਚ 20,000 ਅਤੇ ਇੰਗਲੈਂਡ ਦੇ ਵਿੱਚ 16,500 ਤੋਂ ਜ਼ਿਆਦਾ ਲੋਕ ਇਸ ਬਿਮਾਰੀ ਦੇ ਨਾਲ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹਨ। ਇਹ ਕਾਊਂਟਸ ਜੋ ਉਹ ਹਨ ਜੋ ਹਸਪੀਟਲ ਦੇ ਵਿੱਚ ਜਾ ਕੇ ਜਿਨ੍ਹਾਂ ਦੀ ਡੈਥ ਹੋਈ ਹੈ। ਇਸ ਤੋਂ ਇਲਾਵਾ ਹੋਰ ਕਿੰਨੇ ਲੋਕਾਂ ਦੀ ਰਸਤੇ ਦੇ ਵਿੱਚ ਜਾਂ ਘਰਾਂ ਦੇ ਵਿੱਚ ਡੈਥ ਹੋਈ ਹੈ, ਇਸ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ, ਕਿਉਂਕਿ ਅਸੀਂ ਅੱਜ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਤੋਂ ਹਾਰ ਚੁੱਕੇ ਹਾਂ। ਭਾਵੇਂ ਸਾਇੰਸ ਦੀ ਗੱਲ ਕਰ ਲਈ ਜਾਵੇ, ਚਾਹੇ ਧਰਮ ਦੀ ਗੱਲ ਕਰ ਲਈ ਜਾਵੇ, ਆਪਾਂ ਸਾਰਿਆਂ ਪਾਸਿਆਂ ਤੋਂ ਇੱਕ ਤਰ੍ਹਾਂ ਦੀ ਇੱਕ ਹਾਰ ਮੰਨ ਚੁੱਕੇ ਹਾਂ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਵੀ ਕਿਸੇ ਦੀ ਮਦਦ ਕਰਨਾ ਚਾਹੀਏ ਜਾਂ ਕਿਸੇ ਨੂੰ ਦਵਾਈ ਦੇਣਾ ਚਾਹੀਏ, ਕਿਸੇ ਦੇ ਗਲ ਲੱਗ ਕੇ ਮਿਲਣਾ ਚਾਹੀਏ। ਅੱਜ ਉਹ ਕੰਮ ਨਹੀਂ ਹੋ ਰਿਹਾ। ਕਿਹੋ ਜਿਹੀ ਇਹ ਬਿਮਾਰੀ ਹੈ? ਕੁਦਰਤ ਦੇ ਕਾਨੂੰਨ ਨੇ ਸਾਨੂੰ ਜ਼ਿੰਦਗੀ ਦੇ ਕਿਸ ਮੋੜ ਤੇ ਲਿਆ ਕੇ ਖੜਾ ਕਰਤਾ। ਇੱਕ 21st ਸੈਂਚੁਰੀ ਹੀ ਇੱਕ ਇਹੋ ਜਿਹੀ ਇੱਕ ਸਦੀ ਹੈ, ਸੈਂਚੁਰੀ ਹੈ, ਜਿਸ ਦੇ ਵਿੱਚ ਲੋਕਾਂ ਦਾ ਰੱਬ ਤੋਂ ਯਕੀਨ ਚੱਕਿਆ ਗਿਆ ਸੀ, ਪਰ ਰੱਬ ਨੇ ਆਪਣੇ ਐਗਜ਼ਿਸਟੈਂਸ ਨੂੰ ਦਿਖਾ ਦਿੱਤਾ। ਜਿਸ ਤਰ੍ਹਾਂ ਅਸੀਂ ਆਕਸੀਜਨ, ਨਾਈਟ੍ਰੋਜਨ, ਹਾਈਡਰੋਜਨ, ਕਾਰਬਨ ਡਾਈਆਕਸਾਈਡ, ਇਹਨਾਂ ਨੂੰ ਆਪਸ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਜਦੋਂ ਅਸੀਂ ਤੁਰੇ ਫਿਰਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਕਾਰਬਨ ਡਾਈਆਕਸਾਈਡ ਹੈ, ਕਿੱਥੇ ਆਕਸੀਜਨ ਹੈ, ਜਾਂ ਕਿੱਥੇ ਬਿਹਤਰ ਜ਼ਿੰਦਗੀ ਹੈ, ਕਿੱਥੇ ਨਹੀਂ। ਪਰ ਇਸ ਨੂੰ ਅਸੀਂ ਫੀਲ ਕਰ ਸਕਦੇ ਹਾਂ, ਇਸ ਦਾ ਅਹਿਸਾਸ ਕਰ ਸਕਦੇ ਹਾਂ। ਪਰ ਸਾਇੰਸ ਨੇ ਤਾਂ ਇਹ ਸਮਝ ਲਿਆ ਸੀ
कि ਅਸੀਂ ਇਸ ਪਲੈਨਟ ਨੂੰ, ਇਸ ਧਰਤੀ ਨੂੰ, ਇਸ ਜ਼ਮੀਨ ਨੂੰ ਇਹ ਇੱਕ ਤਰ੍ਹਾਂ ਛੱਡ ਕੇ ਲੋਕਾਂ ਨੇ ਮੂਨ ਤੇ ਜਾ ਕੇ, ਚੰਦ ਤੇ ਜਾ ਕੇ, ਮੰਗਲ ਤੇ ਜਾ ਕੇ ਜਾਂ ਹੋਰ ਬਹੁਤ ਸਾਰੇ ਗ੍ਰਹਿਾਂ ਤੇ ਜਾ ਕੇ ਜਾਣ ਦੀ ਸੋਚ ਰੱਖੀ ਸੀ। ਪਰ ਕੁਦਰਤ ਨੇ ਸਾਨੂੰ ਇੱਕ ਇਹੋ ਜਿਹਾ ਹਲੂਣਾ ਮਾਰਿਆ ਕਿ ਅਸੀਂ ਅੱਜ ਸਾਰੇ ਦੁਨੀਆ ਦੇ ਲਈ ਹੀ ਦੁਆਵਾਂ ਕਰਦੇ ਹਾਂ, ਅਸੀਂ ਇਨਸਾਨੀਅਤ ਦੇ ਲਈ ਦੁਆਵਾਂ ਕਰਦੇ ਹਾਂ। ਹਰ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਨਫ਼ਰਤ ਕਰਦਾ ਹੈ ਤੇ ਕਿਤੇ ਵੀ ਮਾੜੀ ਮੋਟੀ ਕੋਈ ਗੱਲ ਕਰਦਾ ਹੈ ਤੇ ਅਸੀਂ ਉਸ ਨੂੰ ਸਹਿਣ ਨਹੀਂ ਕਰਦੇ। ਕਿਤੇ ਵੀ ਕੋਈ ਇਹੋ ਜਿਹੀ ਹਿਲਜੁਲ ਕਰਦਾ ਹੈ ਤੇ ਅਸੀਂ ਉਸ ਨੂੰ ਸਹਿਣ ਨਹੀਂ ਕਰਦੇ। ਪਰ ਅੱਜ ਸਾਰੇ ਹੀ ਲੋਕ ਇੰਨੇ ਡਰੇ ਹੋਏ ਹਨ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜਾਣਾ, ਕਿੱਥੇ ਕਿਸ ਆਦਮੀ ਨੇ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਣਾ ਹੈ। ਪਿਛਲੇ ਹਫ਼ਤੇ ਵੀ ਮੈਂ ਗੱਲ ਕੀਤੀ ਸੀ, ਅੱਜ ਫਿਰ ਮੈਂ ਉਸੇ ਗੱਲ ਨੂੰ ਦੁਹਰਾ ਰਿਹਾ ਹਾਂ। ਬਾਬਾ ਫਰੀਦ ਜੀ ਕਹਿ ਰਹੇ ਹਨ, ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨ ਚੇਤੀ ਸੋ ਗਾਲੀ ਰੱਬ ਕੀਆ। ਜੋ ਮਨ ਚਿੱਤ ਨ ਚੇਤੇ, ਜੋ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ ਹੈ। ਸ਼ਾਇਦ ਹੀ ਕਿਸੇ ਨੇ ਇਮੈਜਿਨ ਕੀਤਾ ਹੋਵੇ ਕਿ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀ ਦੌੜ ਚਲਦਿਆਂ ਚਲਦਿਆਂ ਇੱਕਦਮ ਰੁਕ ਜਾਵੇਗੀ ਕਿ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ, ਸਕੂਲਾਂ ਨੂੰ ਛੱਡ ਕੇ, ਕਾਲਜਾਂ ਨੂੰ ਛੱਡ ਕੇ, ਆਫਿਸਿਸ ਨੂੰ ਛੱਡ ਕੇ ਤੇ ਦੁਕਾਨਾਂ ਨੂੰ ਛੱਡ ਕੇ, ਪਬ ਕਲੱਬਸ ਤੇ ਹੋਰ ਵੈਡਿੰਗ ਫਿਊਨਰਲ ਨੂੰ ਛੱਡ ਕੇ ਆਪਣੇ ਘਰਾਂ ਦੇ ਵਿੱਚ ਇਕੱਲੇ ਹੋ ਕੇ ਹੀ ਬਹਿਣਗੇ। ਅੱਜ ਉਹ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਜ਼ਿੰਦਗੀ ਦੇ ਮੋੜ ਤੇ ਆ ਕੇ ਖੜੇ ਹੋ ਗਏ ਹਾਂ। ਤੁਹਾਡੀਆਂ ਦਿੱਤੀਆਂ ਹੋਈਆਂ ਜੋ ਡੋਨੇਸ਼ਨਸ ਹਨ, ਉਹਨਾਂ ਦੇ ਨਾਲ ਜੋ ਗਰੀਬ ਤਬਕਾ ਹੈ, ਜੋ ਗਰੀਬ ਲੋਕ ਹਨ, ਤੇ ਉਹਨਾਂ ਦੇ ਵਿੱਚ ਤੁਹਾਡੇ ਹੀ ਦਿੱਤੇ ਪੈਸਿਆਂ ਦੇ ਨਾਲ ਲੰਗਰ ਚਲਾਏ ਜਾਂਦੇ ਹਨ। ਚਾਹੇ ਉਹ ਇੰਗਲੈਂਡ ਦੇ ਲੋਕ ਹੋਣ ਤੇ ਜਾਂ ਫਿਰ ਉਹ ਇੰਡੀਆ ਦੇ ਵਿੱਚ, ਜਾਂ ਕਿਤੇ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ। ਅਸੀਂ ਅੱਜ ਸਾਰੇ ਲੋਕ, ਸਾਰੇ ਹੀ ਭੈਣ ਭਰਾ ਆਪਣੀ ਜੇਬ ਦੇ ਵਿੱਚੋਂ ਕੁਛ ਨਾ ਕੁਛ ਡੋਨੇਟ ਕਰਕੇ ਉਹਨਾਂ ਭੈਣਾਂ ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਨ ਜੋ ਹੈਲਪਲੈਸ ਹਨ, ਜਿਨ੍ਹਾਂ ਦੀ ਮਦਦ ਨਹੀਂ ਹੈ, ਜਿਨ੍ਹਾਂ ਨੂੰ ਅੱਜ ਵੀ ਸਟਰਗਲ ਕਰਨਾ ਪੈਂਦਾ ਹੈ ਆਪਣੀ ਡੇਲੀ ਰੋਜ਼ੀ ਰੋਟੀ ਕਮਾਉਣ ਦੇ ਲਈ। ਆਓ ਆਪਾਂ ਫਿਰ ਉਸੇ ਤਰ੍ਹਾਂ ਆਪਸ ਵਿੱਚ ਭਾਈਚਾਰਾ ਅਤੇ ਇੱਕ ਦੂਸਰੇ ਦੀ ਮਦਦ ਲਈ ਖੜੇ ਹੋਣ ਦੇ ਲਈ, ਇੱਕ ਦੂਸਰੇ ਦਾ ਹਾਲ ਚਾਲ ਪੁੱਛਣ ਦੇ ਲਈ ਇੱਕ ਦੂਸਰੇ ਦੇ ਨਾਲ ਗੱਲਾਂ ਕਰੀਏ, ਫੋਨ ਘੁਮਾਈਏ, ਈਮੇਲ ਕਰੀਏ, ਮੈਸੇਜ ਕਰੀਏ ਤੇ ਹੋਰ ਬਹੁਤ ਸਾਰੇ ਤਰੀਕੇ, ਤੌਰ ਤਰੀਕੇ ਪਰਮਾਤਮਾ ਨੇ ਸਾਇੰਟੀਫਿਕ ਤਰੀਕੇ ਦੇ ਨਾਲ ਤੁਹਾਨੂੰ ਦੇ ਦਿੱਤੇ ਹਨ। ਉਹਨਾਂ ਤਰੀਕਿਆਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਵਰਤੀਏ ਤੇ ਜੋ ਲੋਕ ਪਿੱਛੇ ਰਹਿ ਚੁੱਕੇ ਹਨ, ਗਰੀਬੀ ਦੀ ਲਾਈਨ ਤੋਂ ਬਹੁਤ ਥੱਲੇ ਰਹਿ ਰਹੇ ਹਨ, ਉਹਨਾਂ ਦੀ ਮਦਦ ਲਈ ਆਪਾਂ ਅੱਗੇ ਆਈਏ। ਤੁਹਾਡੇ ਹੀ ਦਿੱਤੇ ਫੰਡਸ ਦੇ ਵਿੱਚੋਂ, ਤੁਹਾਡੇ ਹੀ ਲੰਗਰ ਦੀਆਂ ਸੇਵਾਵਾਂ ਦੇ ਵਿੱਚੋਂ ਕਾਂਚੀ ਟੀਵੀ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਸਾਰੇ ਲੋਕਾਂ ਨੂੰ ਕਦੇ ਕਿਸੇ ਪਿੰਡ ਵਿੱਚ ਜਾ ਕੇ, ਕਦੇ ਕਿਸੇ ਪਿੰਡ ਵਿੱਚ ਜਾ ਕੇ ਲੰਗਰ ਦੀਆਂ ਸੇਵਾਵਾਂ ਕਰ ਰਿਹਾ ਹੈ। ਤੁਸੀਂ ਇਸ ਸੇਵਾ ਦੇ ਵਿੱਚ ਹਿੱਸਾ ਪਾਓ। ਆਪਣਾ ਤੁਸੀਂ ਜੋ ਟੈਲੀਵਿਜ਼ਨ ਦੀ ਨੀਚੇ ਦੀ ਜੋ ਲਾਈਨ ਹੈ ਉਸ ਦੇ ਵਿੱਚ ਜੋ ਕਾਂਚੀ ਟੀਵੀ ਦੀ ਅਕਾਊਂਟ ਨੰਬਰ ਦੀ ਡਿਟੇਲ ਆ ਰਹੀ ਹੈ, ਜਾਂ ਟੈਲੀਫੋਨ ਦੀਆਂ ਲਾਈਨਾਂ ਵੀ ਖੋਲ੍ਹ ਦਿੱਤੀਆਂ ਹਨ। ਅਗਰ ਤੁਸੀਂ ਆਪਣੇ ਵੱਲੋਂ ਕੋਈ ਡੋਨੇਸ਼ਨ ਦੇਣਾ ਚਾਹੁੰਦੇ ਹੋ ਜਾਂ ਕੋਈ ਆਪਣੇ ਵਿਚਾਰ ਦੱਸਣਾ ਚਾਹੁੰਦੇ ਹੋ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮੌਕੇ ਤੇ ਆਪਣੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਅੱਗੇ ਆਵੋ। ਬਾਣੀ ਦੇ ਵਿੱਚ ਲਿਖਿਆ ਆਉਂਦਾ ਹੈ, ਸੋਚੇ ਸੋਚ ਨਾ ਹੋਵੀਏ ਜੇ ਸੋਚੇ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੂਰੀਆਂ ਪਾਰ, ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਵੀਏ ਕਿਵ ਕੂੜੇ ਟੂਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਹੀ ਅੱਜ ਤੋਂ ਕਈ ਸੌ ਸਾਲ ਪਹਿਲਾਂ ਗੁਰੂਆਂ ਨੇ ਇਹ ਬਾਣੀ ਲਿਖ ਦਿੱਤੀ, ਜਿਸ ਦਾ ਅਹਿਸਾਸ ਸਾਨੂੰ ਅੱਜ ਹੋ ਰਿਹਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਕੀ ਇਸ ਤਰ੍ਹਾਂ ਹੋ ਸਕਦਾ ਹੈ। ਗੁਰੂ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਹਨ ਕਿ ਇਨਸਾਨ ਭਾਵੇਂ ਜੋ ਮਰਜ਼ੀ ਸੋਚ ਲਵੇ ਪਰ ਉਸ ਤੇ ਸੋਚਿਆ ਕੁਝ ਵੀ ਨਹੀਂ ਹੁੰਦਾ, ਭਾਵੇਂ ਲੱਖਾਂ ਵਾਰੀ ਸੋਚ ਲਵੇ, ਹਜ਼ਾਰਾਂ ਵਾਰੀ ਸੋਚ ਲਵੇ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਚੁੱਪਚਾਪ ਉਹ ਕਿਤੇ ਜਗ੍ਹਾ ਤੇ ਜਾ ਕੇ ਸ਼ਾਂਤ ਹੋ ਕੇ
शांत तरीके दे नाल मैਡੀਟੇਟ करे तो तां भी इसका रिजल्ट नहीं लभ सकता। तो इस दे नाल नाल ही उन्होंने कहा है कि आदमी की ग्रीड, आदमी का भुख कदे भी नहीं मटती, भावें उसनूं रब जो मर्जी दे दे, उस जिन्ना मर्जी नॉलेज मिल जाए तो जिन्ना मर्जी उससे ज्ञान मिल जाए। अज असीं देखते हाँ कि इंसान ने हर एक चीज़ के नाल, हर एक तरीके दे नाल हर एक चीज़ नूं कंट्रोल करने की कोशिश की है। टैलीफोन देख लवो तुसीं, किते असीं किते दे किते बैठे हुंदे हाँ, असीं कोई भी नंबर मिला के आपां किसी नाल गल्लां कर सकते हाँ। एक इहो जिही एक साइंटिफिक तरीके दे नाल एक इहो जिही डिस्कवरी की गई है कि असीं किसी नूं देख सकते हाँ। टैलीविजन ਅਸੀਂ स्टूडियो तो प्रोग्राम कर रहे हैं, ਤੁਹਾਡੇ ਘਰਾਂ ਦੇ ਵਿੱਚ ਚੱਲ ਰਹੇ ਹਨ, ਤੁਸੀਂ ਫੋਨ ਘੁਮਾ ਕੇ ਤੁਸੀਂ ਆਪ ਸਾਡੇ ਨਾਲ ਗੱਲਾਂ ਕਰ ਸਕਦੇ ਹੋ। ਇਸ ਨੂੰ ਗੁਰੂ ਜੀ ਕਹਿੰਦੇ ਹਨ ਕਿ ਸਹਿਜ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਜੇ ਅੱਜ ਜੋ ਟਾਈਮ ਆ ਗਿਆ ਹੈ ਇਸ ਦੇ ਵਿੱਚ ਕਿਸੇ ਦੀ ਵੀ ਨਹੀਂ ਚੱਲਦੀ। ਜੋ ਬਿਮਾਰੀ ਹੈ ਇੰਨੀ ਡੇਂਜਰਸ ਹੈ ਕਿ ਇਸ ਦਾ ਇਲਾਜ ਕਿਸੇ ਵੀ ਸਾਇੰਟਿਸਟ ਦੇ ਕੋਲ, ਕਿਸੇ ਵੀ ਡਾਕਟਰ ਦੇ ਕੋਲ, ਕਿਸੇ ਵੀ ਸੰਤ ਦੇ ਕੋਲ, ਕਿਸੇ ਤਰ੍ਹਾਂ ਦੇ ਵੀ वेदां ਦੇ ਕੋਲ ਜਾਂ किसी तरह के भी जो डिस्कवरी करते हैं उन्होंने कोल भी हाले तक इस बीमारी का इलाज नहीं लभ्या। तो ये गुरु जी दी कई हुई गल्लां बिल्कुल अज सानू सच लगदियां हन कि असी जिंदगी की दौड़ दे विच अपने आप नूं इन्ना इंटैलीजेंट हुंदियां होयां भी, समझदियां होयां भी साडे ग्रीड ने, साडे लालच ने, साडे अहंकार ने सानू इत्थे लिया के सुट दिता है कि असी सोच भी नहीं सकते कि असी जिंदगी तो इन्नी बुरी तरह असी हार सकते सी। अज जिन्ने भी लंडन की गल कर ली जाए, बॉम्बे की गल कर ली जाए, दिल्ली की गल कर ली जाए, कैलकटे की गल कर ली जाए, न्यूयॉर्क की गल कर ली जाए, वाशिंगटन की गल कर ली, कैलीफोर्निया की गल कर ली जाए, फ्रांस की गल कर ली जाए, स्पेन की गल कर ली जाए, इटली के किसी शहर की भी गल कर लीए, अज उत्थे एकदम जिथे पैर रखण नूं जगह नहीं सी मिलती हुंदी 24 आवर कहते सी कि वो शहर सौंदे नहीं सन, 24 आवर उत्थे चलते ही चलते रहते सर। अज उन्हां दियां सड़कां ते देखो एकदम असी उत्थे शांत तरीके दे नाल उत्थे इन्नी चुप छाई हुई है कि लोग घर तो बाहर निकलण तो भी डरदे हन। गुरु जी ने अपनी बाणी दे विच जो शब्द लिखे हैं वो बिल्कुल ढुकमें हैं। गुरु जी कहते हैं कि जब हम होते तब तू नहीं, अब तू ही मैं नहीं। जब हम होते तब तू नहीं, अब तू ही मैं नहीं। आदमी दा हंकार, प्राउड ते ग्रीड इन्नी वध गई सी कि असी रब नूं, परमात्मा नूं, गॉड नूं जिसने सानू जिंदगी दिती है उसनूं बिल्कुल भुल ही गए सां कि असी मैं दे चक्रां दे विच पै के इन्नी ईगो दे विच, इन्ने लालच दे विच, इन्ने अहंकार दे विच असी फस गए सी कि गुरु जी ने क्लीयर लाइनां विच लिखा है कि जब हम होते, जद असी अपने आप नूं मैं करदे हां ते तब तू ना ही, फिर उत्ते परमात्मा नूं असी बिल्कुल भुल जांदे हां। अब तू ही मैं नहीं, ते अज सानू तेरी एग्जिस्टेंस का बिल्कुल पता लग गया है। अनल अगम जैसे लहर में ओदद, जल केवल जल माही। माधवे क्या कहिए भरम ऐसा, जैसा मान्यो होए न तैसा। भरम भुलेखा है कि जिस तरह गुरु जी ने एग्जाम्पल दी है कि पानी दे विच एक चलते चलते पानी दे विच एक इहो जी लहर आ जाए, एक वेव आ जाए तो वह वेव इन्नी उच्ची चली जाती है तो जब वो वेव शांत हो जाती है तो वह पानी दे विच आके पानी ही मिल जाती है। एक कुदरती करिश्मे हैं, कुदरती दियां बनाईयां हुई रीतां हैं, कुदरत दे बनाए हुए रिवाज हैं कि असी अपने आप नूं अपने तो बहुत ही वध ते वड्डा समझण लग पए सी ते अज सानू अपनी एग्जिस्टेंस का एहसास हो गया है। तो परमात्मा ने भी सानू उस मोड़ ते लिया के खड़े करता है कि सानू जब ये शब्द बिल्कुल समझ आउण लग पिया है कि गुरु जी ने 600 साल पहला इन्हां शब्दों नूं लिखिया सी। जब हम होते असी मैं दे चक्रां विच पै के, ग्रीड दे चक्रां विच पै के, हंकार दे चक्रां विच पै गए सी ते तब तू ना ही असी परमात्मा नूं भुल गए सी। असी गुरुद्वारियां दे विच भी जाके भी, मंदिरां विच जाके भी, चर्च विच जाके भी, मस्जिदां विच जाके भी उत्थे भी असी एक दिखावे की जिंदगी ही जिउंदे हां। कई लोग उत्थे सिर्फ ते सिर्फ अपने स्टेटस की जां कि मैं प्रधान हाँ, मैं सैकटरी हाँ, जां मैं जे हाँ, जां मैं मैंबर हाँ, उसकी वजह करके जाते हैं। तो कई लोग
ਸਿਰਫ ਉੱਥੇ ਲੰਗਰ ਪਕਾਉਣ ਜਾਂਦੇ ਹਨ ਤੇ ਕਈ ਲੋਕ ਸਿਰਫ ਤੇ ਸਿਰਫ ਉੱਥੇ ਲੰਗਰ ਖਾਣ ਜਾਂਦੇ ਹਨ ਤੇ ਕਈ ਲੋਕ ਸਿਰਫ ਤੇ ਸਿਰਫ ਦਿਖਾਵੇ ਦੇ ਤੌਰ ਤੇ ਆਪਣੇ ਵੱਲੋਂ ਕੁਛ ਨਾ ਕੁਛ ਗੁਰੂ ਦੀਆਂ ਹੀ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੁਛ ਨਾ ਕੁਛ ਡੋਨੇਸ਼ਨ ਦੇ ਕੇ ਇਹ ਸਮਝਣ ਲੱਗ ਪੈਂਦੇ ਹਨ ਕਿ ਮੈਂ ਅੱਜ ਲੰਗਰ ਲਗਵਾਇਆ ਸੀ ਜਾਂ ਮੈਂ ਇੱਥੇ ਸੇਵਾ ਕੀਤੀ ਸੀ ਜਾਂ ਮੈਂ ਇਹ ਕੀਤਾ ਸੀ ਜਾਂ ਮੈਂ ਉਹ ਕੀਤਾ ਸੀ। ਗੁਰੂ ਜੀ ਕਹਿੰਦੇ ਹਨ ਕਿ ਇਹ ਅਹੰਕਾਰ ਦੀ ਜ਼ਿੰਦਗੀ, ਇੱਕ ਦਿਖਾਵੇ ਦੀ ਜ਼ਿੰਦਗੀ, ਇੱਕ ਸਮੁੰਦਰ ਦੇ ਵਿੱਚ ਆਈ ਹੋਈ ਇੱਕ ਵੇਵ ਦੀ ਤਰ੍ਹਾਂ ਹੈ। ਇਸ ਦੇ ਵਿੱਚ ਸ਼ਾਂਤ ਤਰੀਕੇ ਦੇ ਨਾਲ ਜਦੋਂ ਅਸੀਂ ਦੁਨੀਆ ਦੀ ਜ਼ਿੰਦਗੀ ਜਿਉਂਦੇ ਹਾਂ ਤੇ ਉਸ ਨਾਲ ਦਾ ਕਦੇ ਵੀ ਕੋਈ ਨਜ਼ਾਰਾ ਨਹੀਂ ਅਸੀਂ ਉਸ ਨੂੰ ਦੁਬਾਰਾ ਅਚੀਵ ਕਰ ਸਕਦੇ। ਇੱਕ ਕੋਲ ਲੈਂਦੇ ਹਾਂ। ਹੈਲੋ, ਹਾਂਜੀ, ਜੈ ਗੁਰਦੇਵ ਭਿੰਦਰ ਜੀ। ਹਾਂਜੀ, ਜੈ ਗੁਰਦੇਵ, ਧੰਨ ਗੁਰਦੇਵ। ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਵਿੱਚ? ਕਹਿਣਾ ਕੀ ਆ ਭਰਾਵਾ, ਬੜੀ ਦੁੱਖ ਦੀ ਆ, ਦੁੱਖ ਦਾ ਟਾਈਮ ਆ, ਬਹੁਤ ਔਖਾ ਆ। ਹਾਂਜੀ, ਸਾਰਿਆਂ ਲਈ ਬਹੁਤ ਵਧੀਆ ਤੁਸੀਂ ਮੈਸੇਜ ਦੇ ਰਹੇ ਆ, ਬਹੁਤ ਵਧੀਆ ਆ। ਥੈਂਕ ਯੂ ਭੈਣ ਜੀ। ਅਸ ਹੁਣ ਕਿਤਾ ਇਸ ਵੇਲੇ ਕਿਸੇ ਦੀ ਨਹੀਂ ਚੱਲਦੀ, ਸਾਰੇ ਫੇਲ ਹੋ ਗਏ। ਬਿਲਕੁਲ ਜੀ, ਬਿਲਕੁਲ। ਬਾਬੇ ਵੀ ਫੇਲ ਹੋ ਗਏ, ਵਿਗਿਆਨਕ ਏਡੇ ਏਡੇ ਬਣੇ ਸੀ, ਉਹ ਵੀ ਫੇਲ ਹੋ ਗਏ। ਬਸ ਇੱਕ ਉਹੋ ਹੀ ਆ ਮੇਰਾ ਸਤਿਗੁਰ, ਉਹੋ ਹੀ ਭਲੀ ਕਰ ਦੇਵੇ ਸਭ ਤੇ। ਹਾਂਜੀ 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 ਹਾਂਜੀ, ਉਹੋ ਹੀ ਆ। ਇਹਨੇ ਸਭਨਾ ਜੀਆਂ ਕਾ ਇੱਕੋ ਹੀ ਦਾਤਾ, ਸੋ ਮੈਂ ਬਿਸਰ ਨਾ ਜਾਈ। ਹਾਂਜੀ ਭੈਣ ਜੀ, ਉਹੋ ਹੀ ਆ। ਨਹੀਂ, ਬਹੁਤ ਚੰਗਾ ਭੈਣ ਜੀ ਤੁਸੀਂ। ਹਾਂਜੀ, ਜਪਜੀ ਸਾਹਿਬ ਦੇ ਤੁਸੀਂ ਸ਼ਬਦ ਸਲੋ ਲਏ ਆ, ਸ਼ਬਦ ਬਹੁਤ ਵਧੀਆ। ਬਿਲਕੁਲ ਜੀ, ਗੁਰੂ ਜੀ ਸਾਨੂੰ ਲਿਖ ਕੇ ਦੇ ਕੇ ਗਏ ਆ ਕਿ ਸੋਚਿਆ ਸੋਚ ਨਾ ਹੋਵੇ ਜੇ ਸੋਚੇ ਲਖਵਾਰ, ਚੁੱਪਿਆ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ। ਹਾਂਜੀ, ਹੋਰ ਕੀ ਕਹਿਣਾ ਚਾਹੁੰਦੇ ਭੈਣ ਜੀ? ਲੱਖ ਹੋਵੇ ਤਾਂ ਇੱਕ ਨਹੀਂ ਹੁਣ ਚੱਲਦੀ, ਇੱਕ ਨਾ ਚੱਲੇ ਨਾਲ, ਬਹੁਤ ਆ। ਤੇ ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਬਹੁਤ ਸਿਆਣਪਾ ਹਨ, ਬਹੁਤ ਲੋਕੀ ਇੰਟੈਲੀਜੈਂਟ ਸਮਝਦੇ ਹਨ, ਪਰ ਅੱਜ ਇੱਕ ਵੀ ਨਹੀਂ ਚੱਲਦੀ। ਭੈਣ ਜੀ, ਹੋਰ ਕੀ ਮੈਸੇਜ ਦੇਣਾ ਚਾਹੁੰਦੇ? ਵੱਡੇ ਵੱਡੇ ਵਿਗਿਆਨਕ ਹੋਏ ਆ, ਇਸ ਵੇਲੇ ਕਿਸੇ ਦੀ ਨਹੀਂ ਚੱਲਦੀ। ਬਿਲਕੁਲ ਜੀ, ਹਾਂਜੀ ਹਾਂਜੀ। ਉਸ ਤੋਂ ਵੱਡਾ ਕੋਈ ਨਹੀਂ ਆ। ਹਾਂਜੀ ਹਾਂਜੀ, ਥੈਂਕ ਯੂ। ਉਹੀ ਆ ਦਾਤਾ ਸਭ ਤੇ ਭਲੀ ਕਰੇ, ਸਭ ਪਰਮਾਤਮਾ ਸਾਰਿਆਂ ਜੀਆਂ ਨੂੰ ਤੰਦਰੁਸਤੀਆਂ ਬਖਸ਼ੇ, ਦੁੱਖ ਹੁਣ ਤਾਂ ਵਾਪਸ ਲੈ ਲਵੇ ਤਾਂ ਚੰਗੀ ਗੱਲ ਆ। ਅਸੀਂ ਪਾਪੀ ਆ, ਸਾਰੇ ਭੁੱਲਣ ਹਾਰ ਆ ਜੀ। ਮਨੁੱਖ ਜਿਹੜਾ ਹਰ ਵੇਲੇ ਦਾ ਭੁੱਲਣ ਹਾਰ ਆ ਜੀ। ਥੈਂਕ ਯੂ ਭੈਣ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਤੁਹਾਡਾ ਬਹੁਤ ਸੋਹਣੀ ਮੈਸੇਜ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ। ਥੈਂਕ ਯੂ ਭੈਣ ਜੀ, ਤੁਸੀਂ ਫੋਨ ਕੀਤਾ, ਹਮੇਸ਼ਾ ਹੀ ਫੋਨ ਕਰਦੇ ਹੋ, ਡੋਨੇਸ਼ਨ ਵੀ ਦਿੰਦੇ ਹੋ। ਤੇ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਅਗਰ ਤੁਸੀਂ ਵੀ ਕੋਈ ਡੋਨੇਸ਼ਨ ਦੇਣਾ ਚਾਹੁੰਦੇ ਹੋ, ਤੁਸੀਂ ਲੰਗਰਾਂ ਦੀ ਸੇਵਾ ਕਰਨੀ ਚਾਹੁੰਦੇ ਹੋ, ਸਾਂਝੀ ਵਾਲਤਾ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਂਚੀ ਟੀਵੀ ਤੇ ਤੁਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹੋ, ਤੇ ਤੁਸੀਂ 020359874243 ਤੇ ਨੰਬਰ ਕਰਕੇ ਤੁਸੀਂ ਸਾਡੇ ਨਾਲ ਗੱਲਾਂ ਕਰ ਸਕਦੇ ਹੋ। ਅਗਰ ਤੁਸੀਂ ਕਿਸੇ ਕ੍ਰੈਡਿਟ ਕਾਰਡ ਦੇ ਨਾਲ ਜਾਂ ਡੈਬਿਟ ਕਾਰਡ ਦੇ ਨਾਲ ਜਾਂ ਕਿਸੇ ਹੋਰ ਤਰ੍ਹਾਂ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ, ਜਾਂ ਫਿਰ ਕਾਂਚੀ ਟੀਵੀ ਦੀ ਤੇ ਜਾਂ ਫਿਰ ਜੋ ਇੰਡੀਆ ਦੇ ਵਿੱਚ ਲੰਗਰ ਚੱਲ ਰਿਹਾ ਉਹਨਾਂ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ, ਤੇ ਤੁਸੀਂ 012150240304 ਦੇ ਨੰਬਰ ਤੇ ਨੰਬਰ ਡਾਇਲ ਕਰਕੇ ਤੁਸੀਂ ਇਹ ਗੱਲਾਂ ਕਰ ਸਕਦੇ ਹੋ। ਆਪਣੇ ਵੱਲੋਂ ਜੋ ਵੀ ਡੋਨੇਸ਼ਨ ਦੇਣੀ ਹੈ ਤੁਸੀਂ ਡੋਨੇਸ਼ਨ ਦੇ ਸਕਦੇ ਹੋ। ਆਓ ਆਪਾਂ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਅੱਜ ਸਾਨੂੰ ਆਪਣੇ ਐਗਜ਼ਿਸਟੈਂਸ ਦਾ, ਆਪਣੀ ਹੋਂਦ ਦਾ ਹਾਲੇ ਵੀ ਸਾਨੂੰ ਅਹਿਸਾਸ ਨਹੀਂ ਹੋਇਆ। ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਚਲਦਿਆਂ ਚਲਦਿਆਂ ਰੁਕ ਗਈ ਹੈ, ਤੇ ਉਹ ਲੋਕ ਜੋ ਇੱਕ ਮਿੰਟ ਦੇ ਲਈ ਰੁਕਦੇ ਨਹੀਂ ਸਨ, ਸੈਕਿੰਡ ਦੇ ਵਿੱਚ ਇੱਧਰ ਆਉਂਦੇ ਸਨ, ਉੱਧਰ ਚਲੇ ਜਾਂਦੇ ਸਨ, ਉਹ ਅੱਜ ਬਿਲਕੁਲ, ਕਿੰਨੇ ਰੈਸਟੋਰੈਂਟ ਸਨ ਬਿਲਕੁਲ ਬੰਦ ਪਏ ਹਨ। ਲੋਕ ਗਲੇ ਲੱਗ ਕੇ ਇੱਕ ਦੂਸਰੇ ਨੂੰ ਬੈਕ ਸਟੈਬਿੰਗ ਕਰਦੇ ਸੀ ਜਾਂ ਉਹਨਾਂ ਦਾ ਹਾਲ ਚਾਲ ਪੁੱਛਦੇ ਸੀ। ਉਹਨਾਂ ਨੂੰ ਵੀ ਇਹ ਕਹਿ ਰਿਹਾ ਹੈ ਕਿ ਇਸ ਬਿਮਾਰੀ ਤੋਂ ਬਚਣ ਦਾ ਇਹੀ ਤਰੀਕਾ ਹੈ ਕਿ ਤੁਸੀਂ ਕਿਸੇ ਆਦਮੀ ਤੋਂ 5-6 ਫੁੱਟ ਦੀ ਦੂਰੀ ਤੇ ਖੜੇ ਹੋ ਕੇ ਅਗਰ ਉਸ ਦੇ ਨਾਲ ਗੱਲਾਂ ਕਰਦੇ ਹੋ ਤੇ ਸੇਫ ਹੋ। ਅਗਰ ਤੁਸੀਂ ਇੱਕ ਭੀੜ ਵਾਲੀ ਜਗ੍ਹਾ ਦੇ ਵਿੱਚ ਜਾਂ ਰਸ਼ ਵਾਲੀ ਜਗ੍ਹਾ ਤੇ ਜਾਂਦੇ ਹੋ ਤਾਂ ਇਸ ਬਿਮਾਰੀ ਦੇ ਵਧਣ ਦੇ ਹੋਰ ਬਹੁਤ ਸਾਰੇ ਚਾਂਸਸ ਹਨ। ਗੁਰੂ ਜੀ ਦੇ ਸ਼ਬਦ ਜਿਹੜੇ 600 ਸਾਲ ਪਹਿਲਾਂ ਲਿਖੇ ਹਨ, ਉਹਨਾਂ ਦੇ ਵਿੱਚ ਅੱਜ ਸਾਨੂੰ ਇੱਕ ਰਿਐਲਿਟੀ, ਇੱਕ ਸੱਚਾਈ ਨਜ਼ਰ ਆਉਂਦੀ ਹੈ ਕਿ ਮਾਧਵੇ ਕਿਆ ਕਹੀਏ ਭਰਮ ਐਸਾ, ਕਿ ਇੱਕ ਇਹੋ ਜਿਹੀ ਅਲੂਜ਼ਨ ਹੈ, ਇੱਕ ਇਹੋ ਜਿਹਾ ਭੁਲੇਖਾ ਹੈ, ਜੈਸਾ ਮਾਨੀਏ ਹੋਏ ਨਾ ਤੈਸਾ। ਨਰਪਤ ਏਕ ਸੰਘਾਸਨ ਸੋਇਆ, ਸਪਨੇ ਭਿਆ ਪਖਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ।
गुरु जी ने अपने शब्दां दे विच, सतगुरु रविदास जी ने अपने शब्दां दे विच लिखिया कि एक राजा नूं उन्होंने एक एग्जाम्पल दी है कि नरपत एक संघासन सोया, कि एक किंग या एक राजा अपने संघासन के उत्ते सुता पिया है तो उसनों एक सुपना आता है, एक ड्रीम आता है, तो वो एक अपने सुपने दे विच एक बैगर बन जाता है, एक पखारी बन जाता है। उसनों भुख लगती है, कोई खाना नहीं मिलता, प्यास लगती है, कुछ पीने नहीं मिलता। उसने कपड़े अपने तन ते अपने जिसम ते देखता है कि फटे पुराने कपड़े हैं, नंगे पैरी वो इधर उधर दौड़िया फिरदा है, उसनों कुछ भी चंगा नहीं लगता। वो एक बैगर की तरह एक बहुत ही इहो जी जिंदगी जी रहा है, कदे उसने कदे सोचिया भी नहीं सी, पर परमात्मा ने उसके सुपने दे विच, उसके ड्रीम दे विच उसनूं उसकी एग्जिस्टेंस का एहसास दवाया कि आदमी भावें किन्ना उच्चा चलिया जाए, जो साडी बेसिक नीड्स हैं, रोटी कपड़ा ते मकान, सानू उन्होंने नहीं भुलना चाहिए। गुरु जी ने अपने शब्दों में लिखा है कि अशत राज बिशरत दुख पाया, कि उस राजे ने अपने राज दे विचों बिछड़ के इन्ना दुख पाया, अपने सपने विच एक बैगर बन के, एक पखारी बन के, नंगे पैरी, पाटे हुए कपड़े, ना भुख दे विच उसनूं कोई खाना मिल रहा है, ना उसनूं कुछ पीण नहीं मिल रहा है। सो गत पई हमारी राज भुअंग प्रसंग जैसे हैं, अब कुछ मर्म जनाया, अनेक कटक जैसे भूल परे, अब कहते कहना आया। कि परमात्मा दे कोलों विछड़ के, रब दे कोलों विछड़ के असीं क्यों सुत्ते पए हाँ। ये सानू गुरु जी अपने शब्दां दे विच सानू एहसास कराउंदे हन, सानू मोंढे तो फड़ के हलूणा दिवाउंदे हन कि जदों रस्ते विच पई होई रस्सी नूं असीं सप समझ लैंदे हाँ, ते असीं उसते उत्तों उसते कोलों भी डर डर के दौड़दे हाँ, ते असी एक भुलेखे दे विच पै के, एक सोने दे विच पै के, सोने दे गहणियां नूं आपस दे विच कन्फ्यूज हो के सानू किते भी सच्चाई नज़र नहीं आउंदी, सानू रियलिटी नज़र नहीं आउंदी। कि राजे भखारी बने हुए हैं, सप नूं असी रस्सी बन समझ चुके हाँ, कि सानू बिल्कुल किसी पासे भी सच नज़र नहीं आता, सानू रियलिटी नज़र नहीं आती, सच्चाई नज़र नहीं आती, कि सारे पासे एक जिंदगी का हनेरा हनेरा ही दिख रहा है। जरा इमेजिन करो कि जिस वेले सतगुरु रविदास जी ने अज तो 600 साल तो ज़्यादा 643 ईयर ते उन्होंने इस दुनिया ते आया हो गए हैं, पर जिस वेले उन्होंने शब्द लिखे होंगे उस वेले 25 30 या 50 साल की उम्र होगी, तो तकरीबन इन्हां शब्दों को लिखिया 600 साल हो गए हैं। जिस तरह सतगुरु नानक देव जी ने अपनी बाणी दे विच लिखा है कि सोचा सोचना होविए जे सोचे लखवार। उसी तरह ही सतगुरु रविदास जी ने कहा है कि जब हम होते तब तू नाही, अब तू ही मैं नाही, अनल अगम जैसे लहर में ओदद, जल केवल जल माही। कि पानी तो सिर्फ पानी है, भावें उस किन्नी उच्ची वेव क्यों ना आ जाए, इंसान तो सिर्फ इंसान ही है, भावें कोई गरीब है भावें कोई अमीर है। असी उचाइयां ते पहुँच के अपने अहंकार दे विच उस परमात्मा नूं भुल जाते हाँ। इस भरमा भुलेखियां दी ही जिंदगी दे विच असी अपने आप नूं भुल के एक रियलिटी तो बहुत दूर चले जाते हाँ, कि जिहड़ी चीज़ नूं असी समझते हाँ एक्चुअली वो है नहीं। माधवे क्या कहिए भरम ऐसा, जैसा मानिए होए न तैसा। उन्हें कन्फ्यूजन की गल की, उन्हें इल्यूजन की गल की कि असी इन्हां भरमां दे विच पै के अपनी जिंदगी नूं बर्बाद करी जा रहे हैं। नरपत एक सिंघासन सोया, सपने पिया पखारी, अशत राज बिशरत दुख पाया, सोगत पई हमारी। ये शब्द अपने आप बोल रहे ने। अज सानू इन्हां दी अगर आप सोचिए, अगर आप समझिए कि इन्हां शब्दां दी सानू अपने आप समझ आ रही है, क्योंकि असी जिंदगी दे उस मोड़ ते आके खड़े हो गए हाँ कि अज असी रस्ते विच पई हुई रस्सी नूं भी सप समझण लग पे हैं। क्योंकि जो राजे सुपने दे विच पखारी बन गए, जिसनों ना कोई कपड़ा है, ना कोई पैरी जुत्ती है, तो ना ही पानी है, ना ही भुख प्यास विच उसनों किसी पासों कुछ मिल रहा है। इमेजिन करके देखो कि उस राजे की किहो जे हालात होणगे। अज असी उस जिंदगी दे गुरुआं ने ये शब्द जो लिखे, उन्होंने सानू समझाउण दी खातर ये शब्द लिखे हैं कि ये परमात्मा की कृपा दे नाल ही सब कुछ हुंदा है। उन्होंने लिखा है कि सर्बे एक अनेके स्वामी, सब कट भोगवे सोई, कह रविदास हाथ पै नेरे, सहजे होए सो होई।
ਕਿ ਪਰਮਾਤਮਾ ਸਾਡੇ ਹੱਥਾਂ ਤੇ ਪੈਰਾਂ ਤੋਂ ਵੀ ਲਾਗੇ ਹੈ। ਉਸ ਨੂੰ ਸਮਝਣ ਦੀ ਜ਼ਰੂਰਤ ਹੈ। ਸਭ ਕੁਝ ਉਸ ਦਾ ਕੀਤਾ ਹੀ ਹੁੰਦਾ ਹੈ ਤੇ ਅੱਜ ਸਾਨੂੰ ਉਸ ਦੇ ਨਾਲ ਸੱਚੀ ਪ੍ਰੀਤ ਜੋੜਨ ਦੀ ਜ਼ਰੂਰਤ ਹੈ। ਉਸ ਨੂੰ ਸੱਚੇ ਦਿਲੋਂ याद करने की जरूरत है। साची प्रीत हम तुमसे जोरी, तुमसे जोर अवर संग तोरी। जहां जहां जाऊं तहां तेरी सेवा, तुमसे ठाकर और न देवा। तुमरे भजन कटे जम फासा, भगत हेत गावे रविदासा। गुरुआं दे शब्द गुरु रविदास जी, सतगुरु रविदास जी के शब्दों की असीं गल करते हैं कि उन्होंने कहा सी कि जो तुम गिरवर तो हम मोरा, जो तुम चंद तो हम पै हैं चकोरा। उन्हें एक सच्ची प्रीत की गल की, एक ट्रू लव की गल की कि परमात्मा दे नाल साडा किहो जिहा प्रेम होना चाहिए कि माधवे तुम ना तोरो तो हम नहीं तोरे, तुम स्यों तोर कवन संग जोरे। कि सानू अज अपनी मिसटेक्स, अपनी जो गलतियां हैं उन्होंने एहसास करने की जरूरत है। जो तुम दीवरा तो हम बाती, जो तुम तीर्थ तो हम जाती। एक रिलेशन, एक ट्रू रिलेशन की गल की है कि जिस तरह एक पहाड़ होवे उस उत्ते मोर होण ते जां चकोर, जिस तरह बदलों देख के मोर पहला पाते हैं, चकोर नूं पानी मिलता है। इस तरह ही गुरु जी कहते हैं कि दीवे अते बत्ती का रिलेशन होंदा है। जिस तरह तीर्थ स्थान होंदे हैं उस दे विच जो आउण जाण वाले होंदे हैं उन्हां करके ही वो तीर्थ स्थान बनते हैं। उन्हां दी ही गल गुरु जी कहते हैं कि सानू अपने आप को अज समझण की जरूरत है कि साची प्रीत हम तुमसे जोरी, तुमसे जोर अवर संग तोरी। शब्दां नूं समझण दे लई, उन्हां नूं एक्सप्लेन करन दे लई, एक गुंगे नूं दित्ती होई मठियाई दा टेस्ट करन दे एक्सप्लेनेशन करन दे बराबर है कि जो इस नूं समझदे हन, जो इस नूं पढ़दे हन जां जो इस नूं विचारदे हन ਉਹੀ ਇਸ ਨੂੰ ਸਮਝ ਸਕਦੇ ਹਨ। आओ ਆਪਾਂ ਸ਼ਬਦਾਂ ਨੂੰ ਪੜ੍ਹੀਏ, ਬਾਣੀ ਨੂੰ ਪੜ੍ਹੀਏ। ਕਿਤੇੋਂ ਵੀ ਸਾਨੂੰ ਸ਼ਬਦ ਮਿਲਦੇ ਹਨ, ਚਾਹੇ ਸਾਨੂੰ ਉਹ ਕੁਰਾਨ ਦੇ ਵਿੱਚੋਂ ਕੋਈ ਚੈਪਟਰ ਮਿਲਦਾ ਹੈ, ਬਾਈਬਲ ਦੇ ਵਿੱਚੋਂ ਕੋਈ ਚੈਪਟਰ ਮਿਲਦਾ ਹੈ, ਜਾਂ ਕਿਤੇ ਵੀ ਗੀਤਾ ਦੇ ਵਿੱਚੋਂ ਮਿਲਦਾ ਹੈ, ਜਾਂ ਕਿਸੇ ਪਾਸਿਓਂ ਸਾਨੂੰ ਕੋਈ ਚੈਪਟਰ ਮਿਲਦਾ ਹੈ, ਸਾਨੂੰ ਉਸ ਨੂੰ ਪੜ੍ਹ ਕੇ ਉਸ ਦੇ ਵਿੱਚੋਂ ਕੁਛ ਨਾ ਕੁਛ ਸਮਝਣ ਦੀ ਜ਼ਰੂਰਤ ਹੈ। ਅੱਜ ਸਾਨੂੰ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਜਿੱਥੋਂ ਸਾਨੂੰ ਪਰਮਾਤਮਾ ਨੇ ਲਿਆ ਕੇ ਖੜੇ ਕਰ ਦਿੱਤਾ ਹੈ, ਆਪਣੇ ਘਰਾਂ ਦੇ ਵਿੱਚ ਬੈਠੋ, ਆਪਣੇ ਘਰਾਂ ਦੇ ਵਿੱਚ, ਆਪਣੇ ਕਮਰਿਆਂ ਦੇ ਵਿੱਚ ਬੈਠੋ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ है, सिर्फ अपने कमरे दे विच एकांत जगह ते बैठना ही इसका इलाज है। अगर असीं इहो जी सोच उस कमरे विच बैठ के इहो जी लाइट जो गुरु जी साडे अंदर जगाउणा चाहुंदे हैं, अगर असीं उस लाइट नूं जगा लवांगे ते फिर गुरु जी दियां जो दित्ते होए शब्द हन उन्हां नूं असीं बिल्कुल पहचान जावांगे। सैयद बाबा बुल्ले शाह उन्हां दी भी असीं गल करिया करदे हां, जो एक सूफी संत होए हन, सूफी पोइट होए हैं, एक फिलोसफर की तरह, एक टीचर की तरह, जां उस उन्हां नूं बाबा बुल्ले शाह के नाम के नाल जानिया जाता है। बाबा बुल्ले शाह ने भी अपनी जिंदगी दे विच बहुत सारियां टक्करां मारियां, जिन्हां टक्करां दे सदका असीं अज उन्हां नूं याद करते हाँ। बाबा बुल्ले शाह ने जदों ज्ञान होया बुलिया रब दा की पाउणा, इधरों पट के ते इधर लाउणा। बाबा बुल्ले शाह नूं जिस वेले ज्ञान होया ते बाबा बुल्ले शाह ने उस वेले ये कह दिता सी जो अज असी गल कर रहे हैं कि असी मंदिर विच नहीं जा सकते, असी गुरुद्वारे विच नहीं जा सकते, असी चर्च विच नहीं जा सकते, असी घरां दे विच बैठ के असी अपने आप दे विचों उस परमात्मा नूं पहचानना है। बाबा बुल्ले शाह ने उस वेले कहता सी कि मंदिर ढा दे, मस्जिद ढा दे जो कुछ तैंदा, बुलिया किसी का दिल न टामी जिथे मुर्शिद रहिंदा। बाबा बुल्ले शाह जो 17वीं सदी दे विच पाकिस्तान दे विच जन्मे हैं, उन्होंने जिंदगी दे विच बहुत ही इहो जिहा ज्ञान, एक इहो जिहे इंसान बन के उन्होंने सानू समझाउण दी कोशिश की कि मजहबां दे झगड़िਆਂ विच पै के, रीतां रिवाजां विच पै के सानू कुछ भी नहीं मिलना। सानू इंसान बन के, एक चंगे इंसान बन के जिंदगी जीउण दा मज़ा जो है वो सानू कोतियों भी मज़ा नहीं मिल सकता। आओ आप बाबा बुल्ले शाह दे जो लिखे हुए उन्हां दे
ਬੋਲ ਹਨ ਆਪਾਂ ਉਹਨਾਂ ਨੂੰ ਸੁਣਦੇ ਹਾਂ। ਉਸ ਤੋਂ ਬਾਅਦ ਵਿੱਚ ਬਾਬਾ ਬੁੱਲੇ ਸ਼ਾਹ ਦੀਆਂ ਗੱਲਾਂ ਕਰਾਂਗੇ ਤੇ ਆਪ ਜੀ ਨਾਲ ਗੱਲਾਂ ਵੀ ਕਰਾਂਗੇ। ਅਗਰ ਤੁਸੀਂ ਕਾਲ ਕਰਨੀ ਹੈ, ਡੋਨੇਸ਼ਨ ਦੇਣੀ ਹੈ ਜਾਂ ਤੁਸੀਂ ਡਾਇਰੈਕਟਲੀ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਹੋਣ, ਮੋਸਟ ਵੈਲਕਮ। ਤੁਹਾਡੀਆਂ ਦਿੱਤੇ ਹੋਏ ਡੋਨੇਸ਼ਨ ਦੇ ਨਾਲ ਟੈਲੀਵਿਜ਼ਨ ਵੀ ਚੱਲ ਰਿਹਾ ਹੈ, ਤੁਹਾਡੇ ਦਿੱਤੇ ਹੋਏ ਡੋਨੇਸ਼ਨ ਦੇ ਨਾਲ ਲੰਗਰਾਂ ਦੀ ਸੇਵਾ ਦੇ ਨਾਲ ਇੱਧਰ ਉੱਧਰ ਲੰਗਰ ਵੀ ਚਲਾਏ ਜਾ ਰਹੇ ਹਨ। ਕਾਂਚੀ ਟੀਵੀ ਦੇ ਸਟੂਡੀਓ ਤੋਂ ਜੋ ਬਰਮਿੰਘਮ ਦਾ ਹੈ ਉੱਥੋਂ ਲੰਗਰ ਚਲਾਏ ਜਾ ਰਹੇ ਹਨ, ਜੋ NHS ਦੇ ਨਾਲ ਉਹਨਾਂ ਨੇ ਵੀ ਜੋ ਵੀ ਫੂਡ ਜਾਂ ਫੂਡ ਦੀ ਪੈਕਿੰਗ ਕਰਕੇ ਭੇਜੀ ਜਾ ਰਹੀ ਹੈ ਤੇ ਇੰਡੀਆ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਲੰਗਰ ਚਲਾਏ ਜਾ ਰਹੇ ਹਨ। ਆਓ ਆਪਾਂ ਬਾਬਾ ਬੁੱਲੇ ਸ਼ਾਹ ਜੀ ਨੂੰ ਸੁਣਦੇ ਹਾਂ। ਆਓ ਜੀ। ਮੱਕੇ ਗਿਆ ਗੱਲ ਮੁੱਕਦੀ ਨਹੀਂ, ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁਮੇ ਪੜਾਈਏ, ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਗੋਤੇ ਖਾਈਏ, ਗਿਆ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਪੰਦ ਪੜਾਈਏ, ਬੁੱਲੇ ਸ਼ਾਹ ਗੱਲ ਤਾਂ ਯੋ ਮੁੱਕਦੀ ਜਦੋਂ ਮੈਨੂੰ ਦਿਲੋਂ ਮੁਕਾਈਏ, ਸਿਰ ਤੇ ਟੋਪੀ ਅਤਨੀਅਤ ਖੋਟੀ, ਲੈਣਾ ਕੀ ਟੋਪੀ ਸਿਰ ਧਰ ਕੇ, ਤਸਬੀਹ ਫਿਰੀ ਪਰ ਦਿਲ ਨਾ ਫਿਰਿਆ, ਲੈਣਾ ਕੀ ਤਸਬੀਹ ਹੱਥ ਫੜ ਕੇ, ਚਿੱਲੇ ਕੀਤੇ ਪਰ ਰੱਬ ਨਾ ਮਿਲਿਆ, ਲੈਣਾ ਕੀ ਚਿੱਲਿਆਂ ਵਿੱਚ ਵੜ ਕੇ, ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ, ਨੀ ਮੈਂ ਜਾਣਾ ਨੀ ਮੈਂ ਜਾਣਾ ਨੀ ਮੈਂ ਜਾਣਾ ਜੋਗੀ ਦੇ ਨਾਲ। ਬਾਬਾ ਬੁੱਲੇ ਸ਼ਾਹ ਜਿਨ੍ਹਾਂ ਨੇ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ, ਉਹਨਾਂ ਦਾ ਜਨਮ 1680 ਦੇ ਵਿੱਚ ਪਾਕਿਸਤਾਨ ਦੇ ਵਿੱਚ ਹੋਇਆ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਾਨੂੰ ਇਹੋ ਜਿਹੀਆਂ ਗੱਲਾਂ ਸਾਨੂੰ ਲਿਖ ਲਿਖ ਕੇ ਦਿੱਤੀਆਂ ਕਿ ਉਹਨਾਂ ਦੀ ਡੈਫੀਨੇਸ਼ਨ ਅਗਰ ਅਸੀਂ ਸਮਝਣਾ ਚਾਹੀਏ ਤੇ ਜੋ ਅੱਜ ਅਸੀਂ ਆਈਸੋਲੇਸ਼ਨ ਕਰਕੇ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਇੱਕ ਰਿਐਲਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਬਾਬਾ ਬੁੱਲੇ ਸ਼ਾਹ ਨੇ, ਗੁਰੂਆਂ ਨੇ, ਪੀਰਾਂ ਪੈਗੰਬਰਾਂ ਨੇ ਸਾਨੂੰ ਉਹ ਚੀਜ਼ਾਂ ਦਿੱਤੀਆਂ। ਬਾਬਾ ਬੁੱਲੇ ਸ਼ਾਹ ਦੇ ਜੋ ਪੇਰੈਂਟਸ ਸਨ ਉਹ ਓਰੀਜਨਲੀ ਉਜ਼ਬੇਕਿਸਤਾਨ ਤੋਂ ਸਨ। ਉਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਲਾਹੌਰ ਲਾਗੇ ਹੋਇਆ। ਉਹਨਾਂ ਨੂੰ ਜਿਸ ਵੇਲੇ ਗਿਆਨ ਹੋਇਆ, ਗਿਆਨ ਉਹਨਾਂ ਨੂੰ ਜਦੋਂ ਹੋਇਆ ਤੇ ਉਹਨਾਂ ਨੇ ਮਸਜਿਦ ਦੇ ਵਿੱਚ ਜਾਣਾ ਬੰਦ ਕਰ ਦਿੱਤਾ। ਉਹਨਾਂ ਨੇ ਸਿਰਫ ਇਹ ਸੋਚ ਲਿਆ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ, ਤੁਮ ਸਿਓ ਜੋੜ ਅਵਰ ਸੰਗ ਤੋੜੀ। ਜਿਸ ਤਰ੍ਹਾਂ ਮੈਂ ਸਤਿਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਗੱਲ ਕਰਕੇ ਹਟਿਆ ਹਾਂ ਕਿ ਬਾਬਾ ਬੁੱਲੇ ਸ਼ਾਹ ਨੇ ਵੀ ਕਹਿ ਦਿੱਤਾ ਸੀ ਕਿ ਜਦੋਂ ਅਸੀਂ ਮੰਦਰਾਂ ਦੇ ਵਿੱਚ ਜਾਂਦੇ ਹਾਂ, ਚਰਚ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਸਿਰਫ ਲੋਕ ਦਿਖਾਵੇ ਲਈ ਹੀ ਜਾਂਦੇ ਹਨ ਕਿ ਮੈਂ ਇਹ ਕੀਤਾ, ਮੈਂ ਉਹ ਕਰਨਾ, ਤੇ ਜਾਂ ਫਿਰ ਆਪਣੇ ਸਟੇਟਸ ਦੇ ਲਈ, ਆਪਣੀ ਪੋਸਟ ਦੇ ਲਈ, ਤੇ ਜਾਂ ਫਿਰ ਉੱਥੋਂ ਕੁਛ ਨਾ ਕੁਛ ਗਰੀਡ ਦੇ ਲਈ, ਕੁਛ ਨਾ ਕੁਛ ਲਾਲਚ ਲਈ ਜਾਂਦੇ ਹਨ। ਤੇ ਜੋ ਲੋਕ ਸੱਚੇ ਦਿਲੋਂ ਜਾਂਦੇ ਹਨ ਉਹ ਘਰ ਦੇ ਵਿੱਚ ਬੈਠੇ ਹੀ ਪ੍ਰੇਅਰ ਕਰ ਸਕਦੇ ਹਨ। ਆਪਾਂ ਇੱਕ ਕੋਲ ਲੈਂਦੇ ਹਾਂ, ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਬਾਬਾ ਬੁੱਲੇ ਸ਼ਾਹ ਬਾਰੇ ਗੱਲਾਂ ਕਰਾਂਗੇ। ਆਪਾਂ ਕੋਲ ਲੈਂਦੇ ਹਾਂ। ਹੈਲੋ ਹੈਲੋ, ਨਮਸਕਾਰ ਜੀ, ਕਾਂਚੀ ਟੀਵੀ ਤੋਂ ਨਮਸਕਾਰ। ਮੈਂ ਸੁੰਦਰ ਦਾਸ ਬੋਲਦਾ ਗ੍ਰੀਨਫੋਰਡ ਤੋਂ। ਨਮਸਕਾਰ ਜੀ, ਥੋੜਾ ਉੱਚੀ ਬੋਲਣਾ ਜੀ। ਬੜਾ ਅੱਛਾ ਹੈਗਾ।
ਪਹਿਲੀ ਗੱਲ ਜਦੋਂ ਆਪਾਂ ਕੋਈ ਕੀਰਤਨੀਆ ਹੋਵੇ, ਰਾਗੀ ਹੋਵੇ, ਜਥੇਦਾਰ ਹੋਵੇ, ਕੋਈ ਹੋਵੇ, ਜੇ ਉਹਨਾਂ ਗਲਤ ਹੋਇਆ, ਗਲਤ ਉਹਦੇ ਕਰਮ ਸੀਗੇ। ਆਪਾਂ ਜੋ ਕਹਿੰਦੇ ਜਨਮ ਲੈਂਦਾ ਹੈ ਬੱਚਾ, ਉਹਨੂੰ ਵੱਡਾ, ਉਹ ਨਾਲ ਧੋ ਕੇ ਵੱਡਾ ਕਰਦੇ ਆ, ਤੇ ਆਪਾਂ ਕਹਿੰਦੇ ਅੰਤਿਮ ਸੰਸਕਾਰ, ਅੰਤਿਮ ਅਰਦਾਸ, ਅੰਤਿਮ ਕੋਈ ਹੋਰ ਚੌਥਾ ਵਰਡ ਅੰਤਿਮ ਦਰਸ਼ਨ, ਉਹ ਤਾਂ ਮਨਕਤ ਕਹਾਣੀਆਂ ਹੈਗੀਆਂ। ਜੋ ਆਤਮਾ ਨਿਕਲੇ ਇਸ ਡੈਡ ਬੋਡੀ, ਕਈਆਂ ਨੂੰ ਦਫਨ ਕਰਨ ਜਗ੍ਹਾ ਨਹੀਂ। ਸ਼ਾਹ ਫਿਰਾਨ ਨੂੰ he couldn't have space in his own country. He was such a big country, king. ਇੱਥੇ ਸੰਤ ਮਾਤੇ ਕੋਈ ਉੱਚਾ ਨੀਵਾਂ ਵੱਡਾ ਨਹੀਂ ਹੈਗਾ। ਮੇਰੇ ਬਰਾਬਰ ਤੇ 2 ਸੀਟਾਂ ਪਰ ਲਾਸਟ ਸੀ ਅਡਵਾਨੀ ਆ ਕੇ ਬੈਠਾ ਸੀ ਕੁਝ ਸਾਲ ਪਹਿਲਾਂ, ਤੇ ਮੈਂ ਹੈਰਾਨ ਹੋ ਗਿਆ ਇਹ ਇੱਥੇ ਕਿਦਾਂ ਆ ਕੇ ਬਿਕੋਜ਼ ਇਨ ਮਾਈ ਫਾਦਰਸ ਹਾਊਸ everybody he tries to treat equal. ਜਦੋਂ ਬੈਠਦਾ ਹੈਗਾ ਉਹਦੇ ਮੂਹਰੇ ਕੋਈ ਖੜਾ ਨਹੀਂ ਹੋ ਸਕਦਾ। ਜਦ ਤੁਸੀਂ ਦੇਖੋ ਸੰਤ ਮਹਾਤਮਾ ਟੀਵੀ ਤੇ ਜੋ ਵੱਡਾ ਉਹ ਝੁੱਕ ਕੇ ਸਲਾਮ ਕਰਦੇ ਆ, ਤਾਂ ਏਦਾਂ ਉਹ ਟੀਵੀਆਂ ਵੀ ਕਹਿੰਦੇ ਸਾਡੇ ਘਰ ਹਾਰ ਪਾਸ ਤੇ ਪਿੱਠ ਤੇ ਹੱਥ ਮਾਰੋ ਜੀ। ਇਸ ਨੌਨਸੈਂਸ ਆਫ ਜਿਹੜੀ ਵਿਆਹ ਸ਼ਾਦੀ ਹੋ ਔਰਤ ਉਹਨੂੰ ਹਾਰ ਪਾਉਣ ਦੀ ਕਿਸੇ ਨੂੰ ਕੀ ਜ਼ਰੂਰਤ ਹੈਗੀ ਆ। ਸ਼ੁਭ ਕੌਮ ਜਾਂ ਇੰਡੀਆ ਵਰਡ ਹੈਗਾ, ਇੰਡੀਆ ਨਹੀਂ ਹੈਗਾ ਇਨ ਦੀਆ, ਉਹ ਤੇ ਰੱਖਦੀ ਬਿੰਦੀਆਂ ਲਾ ਕੇ ਉਹ ਵਿਆਹ ਕਰਾ ਕੇ ਲੈ ਜਾਓ। ਜਿਹੜਾ ਪੈਸੇ ਵਾਲਾ ਹੈਗਾ, ਪੈਸੇ ਵਾਲੇ ਸਭ ਡਰਾਮੇ ਕਰਦੇ ਆ। ਜਾਂ ਫਿਲਮ ਇੰਡਸਟਰੀ, ਹਾਲੀਵੁੱਡ, ਲੋਲੀਵੁੱਡ, ਉਹ ਤੋਂ ਪਲੇਅਰ ਆ ਜਾਂਦੇ ਆ, ਅਮੀਰ ਬੰਦੇ ਆ ਜਾਂਦੇ ਆ। ਇਹ ਜਿਹੜੇ ਹੁਆ ਵੀ ਫੈਂਸੀ ਪਿਕ ਐਂਡ ਚੂਜ਼ ਕਰਦੇ, ਦਿਸ ਇਜ਼ ਨੌਨਸੈਂਸ। ਕੋਈ ਮਾਲ ਅੱਲਾਹੂ ਆਲਮ, ਅੱਲਾਹੂ ਬਾਲਮ, ਅੱਲਾਹੂ ਜ਼ਾਲਮ, ਅੱਲਾਹੂ ਕਾਤਲ। ਉਹ ਕਹਿੰਦਾ ਮੈਂ ਹੈਗਾ ਕਾਤਲ, ਮੈਂ ਕਿਸੇ ਕਤਲ ਨਹੀਂ ਕੀਤਾ, ਮੈਂ ਪਿਆਰ ਨਾਲ ਸਮਝਾਇਆ। ਉਹ ਕਹਿੰਦਾ 4 ਯੁੱਗ, 4 ਵੇਦ, 4 ਰਿਲੀਜਨ, 4 ਵਰਨ। ਉਹ ਕਹਿੰਦਾ ਮੇਰੇ ਕੋਲ ਸੀ ਸਲਫ ਮਨੀ, ਤੁਸੀਂ ਸਾਰੇ ਬਣ ਕੇ ਕਹਿੰਦੇ ਸਾਰੇ ਪਾਰਸ ਮਨੀ। ਕਹਿੰਦਾ ਤੁਹਾਨੂੰ ਕੁਛ ਨਹੀਂ ਪਤਾ ਹੈ ਕਿਸੇ ਨੂੰ ਵੀ। ਸੋਚੋ, ਸਮਝੋ ਤੇ ਧਿਆਨ ਕਰੋ। ਜੇ ਕੋਈ ਗਲਤੀ ਹੋ ਤਾਂ क्षमा ਕਰ ਦਿਓ। ਥੈਂਕ ਯੂ ਵੀਰ ਜੀ, ਤੁਸੀਂ ਜਦ ਵੀ ਆਉਂਦੇ ਹੋ ਬਹੁਤ ਚੰਗਾ ਮੈਸੇਜ ਦੇ ਕੇ ਜਾਂਦੇ ਹੋ। ਸੋਚੋ ਤੇ ਸਮਝੋ ਸ਼ਬਦਾਂ ਨੂੰ, ਬਾਣੀ ਨੂੰ। ਕਿਤੇ ਵੀ ਚੰਗੀ ਤੁਹਾਨੂੰ ਰਾਈਟਿੰਗ ਮਿਲਦੀ ਹੈ, ਕਿਤੋਂ ਵੀ ਕਿਸੇ ਚੰਗੇ ਦੋਸਤ ਮਿੱਤਰ ਦੇ ਨਾਲ ਚੰਗੇ ਵਿਊ ਮਿਲਦੇ ਹਨ, ਉਹਨਾਂ ਨੂੰ ਸੁਣੋ, ਵਿਚਾਰੋ ਤੇ ਉਹਨਾਂ ਦਾ ਖਿਆਲ ਰੱਖੋ। ਬਾਬਾ ਬੁੱਲੇ ਸ਼ਾਹ ਜਿਸ ਵੇਲੇ ਉਹਨਾਂ ਨੇ ਚਰਚ ਦੇ ਆਪਣੇ ਮਸਜਿਦ ਵਿੱਚ ਜਾਣਾ ਬੰਦ ਕਰ ਦਿੱਤਾ, ਤੇ ਉਹਨਾਂ ਨੂੰ ਉਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਸਾਰੇ ਹੀ ਭੈਣ ਭਾਈ ਤੇ ਭੈਣਾਂ ਉਹਨਾਂ ਨੂੰ ਆ ਕੇ ਸਮਝਾਉਂਦੀਆਂ ਹਨ, ਬੁੱਲਿਆ ਤੂੰ ਇੱਕ ਚੰਗੇ ਪਰਿਵਾਰ ਦੇ ਵਿੱਚ ਜੰਮ ਕੇ ਤੂੰ ਕਿਹੋ ਜਿਹੀ ਜ਼ਿੰਦਗੀ ਜੀ ਰਿਹਾ ਹਾਂ, ਤੂੰ ਸਾਡੀ ਬੇਇੱਜ਼ਤੀ ਕਰਵਾ ਰਿਹਾ ਹਾਂ। ਜਿਸ ਤਰ੍ਹਾਂ ਸੰਤ ਮੀਰਾਬਾਈ ਜਿਸ ਵੇਲੇ ਸਤਿਗੁਰੂ ਰਵਿਦਾਸ ਜੀ ਦੇ ਦਰ ਤੇ ਆ ਕੇ ਉਹਨੂੰ ਗਿਆਨ ਹੋ ਗਿਆ, ਨੌਲੇਜ ਮਿਲ ਗਿਆ, ਤੇ ਉਹ ਸਾਰਾ ਕੁਝ ਭੁੱਲ ਕੇ ਗੁਰੂ ਰਵਿਦਾਸ ਜੀ ਦੇ ਦਰ ਤੇ ਆ ਕੇ ਬੈਠ ਕੇ। ਇਸੇ ਤਰ੍ਹਾਂ ਹੀ ਬਾਬਾ ਬੁੱਲੇ ਸ਼ਾਹ ਜਿਸ ਵੇਲੇ ਉਸ ਨੂੰ ਗਿਆਨ ਹੋ ਗਿਆ, ਉਹਨਾਂ ਨੇ ਆਪਣੇ ਆਪ ਨੂੰ ਪਾ ਲਿਆ, ਤੇ ਫਿਰ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਬਹੁਤ ਰੋਕਦੇ ਹਨ ਕਿ ਬੁੱਲਿਆ ਤੂੰ ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁੱਲਿਆ ਕਹਿਣਾ ਸਾਡਾ, ਛੱਡਦੇ ਪੱਲਾ ਰਾਈਆਂ, ਆਲ ਨਬੀ ਔਲਾਦ ਨਬੀ ਦੀ ਤੂੰ ਕੀ ਲੀਕਾਂ ਲਾਈਆਂ, ਜਿਹੜਾ ਸਾਨੂੰ ਸੈਯਦ ਸੱਦੇ ਦੋਜਖ ਮਿਲੇ ਸਜਾਈਆਂ, ਜੋ ਕਿ ਸਾਨੂੰ ਰਾਈ ਆਖੇ ਬਹਿਸ਼ਤ ਪੀਂਘਾਂ ਪਾਈਆਂ, ਸੋਹਣੀਆਂ ਪਰੋਂ ਹਟਾਈਆਂ ਨੇ ਤੇ ਕੋਝੀਆਂ ਲੈ ਗੱਲ ਲਾਈਆਂ, ਜੇ ਤੂੰ ਲੋੜੇ ਬਾਗ ਬਹਾਰਾਂ ਚੱਕਰ ਹੋ ਜਾ ਰਾਈਆਂ, ਬੁੱਲੇ ਸ਼ਾਹ ਦੀ ਜਾਤ ਕੀ ਪੁਸ਼ਤਾਂ ਸ਼ੱਕਰ ਹੋਰ ਜਾਈਆਂ। ਬਾਬਾ ਬੁੱਲੇ ਸ਼ਾਹ ਜਿਸ ਵੇਲੇ ਉਹਨਾਂ ਨੂੰ ਗਿਆਨ ਹੋਇਆ, ਨੌਲੇਜ ਹੋਇਆ, ਉਹਨਾਂ ਨੇ ਆਪਣੇ ਆਪ ਨੂੰ ਪਾ ਲਿਆ, ਤੇ ਉਸ ਵੇਲੇ ਉਹਨਾਂ ਨੇ ਆਪਣੇ ਸਾਰੇ ਪਾਸਿਆਂ ਤੋਂ ਲਿੰਕ ਤੋੜ ਕੇ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਕਿ ਇਸ ਓਲ ਪੋਲੀਟਿਕਸ ਜਾਂ ਮੰਦਰ ਦੇ ਵਿੱਚ ਜਾਂਦੇ ਹਾਂ, ਮਸਜਿਦ ਵਿੱਚ ਜਾਂਦੇ ਹਾਂ, ਉੱਥੇ ਲੋਕ ਸੈਲਫਿਸ਼ ਹੋ ਕੇ ਆਪਣੇ ਸੈਲਫਿਸ਼ਨੈਸ ਕਰਕੇ ਹੀ ਜਾਂਦੇ ਹਨ। ਉਹ ਅੱਜ ਸਾਨੂੰ ਅੱਜ ਦੀ ਬਿਮਾਰੀ ਤੋਂ ਪਤਾ ਲੱਗ ਗਿਆ ਹੈ। ਆਪਾਂ ਕੋਲ ਲੈਂਦੇ ਹਾਂ। ਹੈਲੋ, ਹਾਂਜੀ ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ, ਚਰਨੀ ਜੀ ਕੁਆਂਟੀ ਤੋਂ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਹਾਂ ਜੀ, ਸੇਵਾ ਕਰਦੇ ਹੋ। ਹੋਰ ਬਾਕੀ ਦੇ ਵੀ ਜੋ ਹੈਗੇ ਆ ਵੀ ਜਿਹੜਾ ਵੀ ਕੋਈ ਸੇਵਾ ਕਰਦਾ, ਪੈਸੇ ਦੇ ਕੇ ਜਾਂਦਾ, ਜਿੱਦਾਂ ਇੰਡੀਆ ਦੇ ਵਿੱਚ ਕੋਈ ਹੈਗਾ ਵੋਲੰਟਰੀ ਕੰਮ ਕਰਦੇ ਆ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਮੈਨੂੰ ਵੀ ਬੀਬੀ ਪਿਆਰੀ ਜੀ ਇੱਥੋਂ ਕੁਆਂਟੀ ਤੋਂ 185 ਪਾਉਂਡ ਦੇ ਕੇ ਗਏ ਹਨ ਸਾਰੇ ਪਰਿਵਾਰ ਨੇ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜਾ ਵੀ ਕੋਈ ਦਸਾਂ ਨੌਂ ਦੇ ਕਿਰਤ ਕਮਾਈ ਦੇ ਵਿੱਚ ਆਪਣਾ ਹੈਗਾ, ਦੇਖ ਲਓ ਵੀ ਇਸ ਜੱਗ ਦੇ ਵਿੱਚ ਹਿੱਸਾ ਪਾਉਂਦਾ ਹੈਗਾ, ਤੇ ਅਸੀਂ ਉਹਨਾਂ ਨੂੰ ਸਾਰੇ ਪ੍ਰਭੂ ਪਰਮਾਤਮਾ ਅੱਗੇ ਇਹ ਬੇਨਤੀ ਕਰਦੇ ਹਾਂ ਤੇ ਜਿਨ੍ਹਾਂ ਦੇ ਆਪਣੇ ਵੀ ਜੋ ਵੀ ਹੈਗਾ ਪ੍ਰਭੂ ਪਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ। ਤਾਂ ਜਿਹੜੇ ਹੈਗੇ ਔਖੀ ਘੜੀ ਦੇ ਵਿੱਚ ਜਿਹੜੇ ਬਾਕੀ ਦੇ ਆਪਣੇ ਭਰਾ ਭੈਣ ਹੈਗੇ ਆ,
ਉਹਨਾਂ ਨੂੰ ਵੀ ਕੋਈ ਸਹਾਇਤਾ ਮਿਲ ਸਕੇ, ਉਹ ਵੀ ਇਸ ਦੁੱਖ ਦੇ ਵਿੱਚੋਂ ਨਿਕਲ ਸਕਣ। ਸੋ ਇਹੀ ਬੇਨਤੀਆਂ ਕਰਦੇ ਹਾਂ ਤੇ ਨਾਲੇ ਧੰਨਵਾਦ ਕਰਦੇ ਸਾਰਿਆਂ ਜਿਹੜਾ ਵੀ ਕੋਈ ਇਸ ਵਿੱਚ ਹਿੱਸਾ ਪਾ ਰਿਹਾ ਹੈਗਾ ਤੇ ਜਿੱਦਾਂ ਤੁਸੀਂ ਵੀ ਹੋਕਾ ਦੇ ਰਹੇ ਹੋਗੇ ਲੋਕਾਂ ਨੂੰ ਤੇ ਹੈਗਾ, ਤੁਹਾਡਾ ਵੀ ਧੰਨਵਾਦ ਕਰਦੇ ਹਾਂ, ਕਾਸ਼ੀ ਟੀਵੀ ਦਾ ਵੀ, ਸਾਰਿਆਂ ਨੂੰ ਹੀ ਜੈ ਗੁਰਦੇਵ, ਧੰਨ ਗੁਰਦੇਵ। ਥੈਂਕ ਯੂ ਜੀ। ਥੈਂਕ ਯੂ ਚਰਨਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਜੋ ਕੋਵੈਂਟਰੀ ਦੇ ਵਿੱਚ ਬੇਸਡ ਹਨ, ਉੱਥੇ ਦੀ ਸੰਗਤ ਨੇ, ਉੱਥੇ ਦੇ ਲੋਕਾਂ ਨੇ, ਉੱਥੇ ਦੇ ਭੈਣਾਂ ਭਰਾਵਾਂ ਨੇ ਅਗਰ ਕੋਈ ਵੀ ਆਪਣੇ ਵੱਲੋਂ ਡੋਨੇਸ਼ਨ ਦੇਣੀ ਹੈ ਤੇ ਉਹ ਚਰਨਜੀਤ ਜੀ ਦੇ ਨਾਲ ਆਪਣਾ ਲਿੰਕ ਕਰ ਸਕਦੇ ਹਨ। ਤੇ ਲੰਡਨ ਦੇ ਵਿੱਚ ਤੁਸੀਂ ਡੋਨੇਸ਼ਨ ਕਰ ਦੇਣੀ ਹੈ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਲੈਂਡਲਾਈਨ ਦਾ ਨੰਬਰ ਵੀ ਆ ਰਿਹਾ ਹੈ ਤੇ ਮੋਬਾਈਲ ਦੇ ਨੰਬਰ ਵੀ ਸਕਰੀਨ ਤੇ ਆ ਰਿਹਾ ਹੈ। ਇਸੇ ਤਰ੍ਹਾਂ ਹੀ ਬੈਡਫੋਰਡ ਦੇ ਵਿੱਚ ਸਾਡੇ ਭੈਣ ਜੀ ਉਹਨਾਂ ਦੀ ਡਿਊਟੀ ਲਾਈ ਗਈ ਹੈ। ਸਾਊਥ ਹਾਲ ਦੇ ਵਿੱਚ ਵੀ ਸਾਡੇ ਵੀਰ ਜੀ ਜੋ ਵੀ ਉਹਨਾਂ ਨੂੰ ਲੰਗਰ ਦੀ ਸੇਵਾ ਵਾਸਤੇ ਕੋਈ ਨਾ ਕੋਈ ਸਪੋਰਟ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਲਿੰਕ ਕਰ ਸਕਦੇ ਹੋ। ਤੇ ਬਰਮਿੰਘਮ ਜਾਂ ਵੁਲਵਰਹੈਂਪਟਨ ਦਾ ਮਿਡਲੈਂਡ ਦੇ ਵਿੱਚ ਜੋ ਸਾਡਾ ਮੇਨ ਸਟੂਡੀਓ ਹੋ, ਅਗਰ ਤੁਸੀਂ ਉੱਥੇ ਫੋਨ ਕਰਕੇ ਵੀ ਆਪਣੇ ਵੱਲੋਂ ਕੋਈ ਡੋਨੇਸ਼ਨ ਦੇਣਾ ਚਾਹੁੰਦੇ ਹੋ, ਡੋਨੇਸ਼ਨ ਦੇ ਸਕਦੇ ਹੋ। ਆਓ ਆਪਾਂ ਇੱਕ ਦੂਸਰੇ ਦੇ ਕੰਮ ਆ ਸਕੀਏ, ਆਓ ਆਪਾਂ ਇੱਕ ਦੂਸਰੇ ਦਾ ਹੱਥ ਬੜਾਈਏ, ਆਓ ਆਪਾਂ ਦਿਲਾਂ ਦੇ ਵਿੱਚ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਰੰਗ ਦੇ ਨਾਂ ਤੇ, ਨਸਲ ਦੇ ਨਾਂ ਤੇ ਪਾਈਆਂ ਹੋਈਆਂ ਜੋ ਦਰਾੜਾਂ ਹਨ, ਜਿਨ੍ਹਾਂ ਨੂੰ ਗੁਰੂਆਂ ਨੇ, ਪੀਰਾਂ ਨੇ, ਪੈਗੰਬਰਾਂ ਨੇ ਹਜ਼ਾਰਾਂ ਸਾਲਾਂ ਤੋਂ ਜਦੋਜਹਿਦ ਕੀਤੀ ਮਿਟਾਉਣ ਦੀ, ਅੱਜ ਅਸੀਂ 21ਵੀਂ ਸਦੀ ਵਿੱਚ ਆ ਕੇ 21st ਸੈਂਚੁਰੀ ਦੇ ਵਿੱਚ ਆ ਕੇ ਅਸੀਂ ਇਸ ਨੂੰ ਤਾਂ ਸਮਝ ਲਈਏ ਕਿ ਉਹਨਾਂ ਦੇ ਕਹਿਣ ਦਾ ਮਤਲਬ ਕੀ ਸੀ। ਉਹਨਾਂ ਨੇ ਜੋ ਸ਼ਬਦ ਲਿਖੇ, ਜੋ ਉਹਨਾਂ ਨੇ ਬਾਣੀ ਦੇ ਵਿੱਚ ਲਿਖ ਕੇ ਦਿੱਤਾ, ਅਕਸਰ ਉਹਨਾਂ ਦਾ ਕੀ ਮਤਲਬ ਸੀ। ਅਗਰ ਅਸੀਂ 600 ਸਾਲ ਬਾਅਦ ਦੇ ਵਿੱਚ ਵੀ ਨਹੀਂ ਉਹਨਾਂ ਸ਼ਬਦਾਂ ਨੂੰ ਸਮਝ ਸਕੇ ਤੇ ਮੇਰਾ ਖਿਆਲ ਹੈ ਕਿ ਸਾਨੂੰ ਸ਼ਬਦਾਂ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ। ਅਗਰ ਸਾਨੂੰ ਉਹਨਾਂ ਸ਼ਬਦਾਂ ਨੂੰ ਅਸੀਂ ਆਪਣੇ ਮਨਾਂ ਦੇ ਵਿੱਚ ਵਸਾ ਲਈਏ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਉਹ ਸ਼ਬਦ ਇਸ ਤਰ੍ਹਾਂ ਸਮਝ ਆ ਜਾਂਦੇ ਹਨ ਜਿਸ ਤਰ੍ਹਾਂ ਗੁਰੂ ਜੀ ਲਿਖਦੇ ਹਨ ਕਿ ਤੁਮ ਚੰਦਨ ਹਮ ਅਰਿੰਡ ਬਾਪਰੇ ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਵਾਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ। ਗੁਰੂ ਰਵਿਦਾਸ ਜੀ ਨੇ ਆਪਣੇ ਸ਼ਬਦਾਂ 'ਚ ਲਿਖਿਆ ਕਿ ਜੋ ਅਸੀਂ ਲੋਕ ਹਾਂ, ਅਣਜਾਣ ਹਾਂ, ਉਹਨਾਂ ਦੀ ਗੁਰੂ ਜੀ ਨੇ ਐਗਜ਼ਾਮਪਲ ਦਿੱਤੀ ਹੈ, ਸਾਡੀ ਐਗਜ਼ਾਮਪਲ ਦਿੱਤੀ ਹੈ ਕਿ ਅਸੀਂ ਇੱਕ ਅਰਿੰਡ ਦੇ ਦਰਖਤ ਦੀ ਤਰ੍ਹਾਂ ਜਿਸ ਦਾ ਕੋਈ ਬੈਨੀਫਿਟ ਨਹੀਂ ਹੁੰਦਾ, ਉਸ ਦੇ ਉਸ ਨੂੰ ਪਲਾਂਟ ਨੂੰ ਅਗਰ ਹੱਥ ਵੀ ਲਾਈਏ ਤੇ ਉਸ ਦੇ ਵਿੱਚੋਂ ਕੜੱਤਣ ਹੁੰਦੀ ਹੈ, ਕੌੜਾ ਲੱਗਦਾ ਹੈ, ਉਸ ਦੇ ਵਿੱਚ ਕੋਈ ਵੀ ਸਾਨੂੰ ਕੁਝ ਵੀ ਮਿਲਦਾ ਨਹੀਂ। ਪਹਿਲਾਂ ਆਪਾਂ ਕੋਲ ਲੈਂਦੇ ਹਾਂ, ਫਿਰ ਇਸ ਤਰ੍ਹਾਂ ਸ਼ਬਦ ਦੀ ਗੱਲ ਕਰਾਂਗੇ। ਹੈਲੋ 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 ਜੈ ਗੁਰਦੇਵ ਜੀ, ਕੌਣ ਬੋਲ ਰਹੇ? ਹਾਂਜੀ, ਮੈਂ ਦਿਲਵਰ ਚੰਦ ਬੋਲ ਰਿਹਾ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ। ਕੀ ਕਹਿਣਾ ਚਾਹੁੰਦੇ ਵੀਰ ਜੀ, ਤੁਸੀਂ ਲਾਈਵ ਆਨ ਏਅਰ ਹੋ? ਅੱਛਾ, ਹਾਂਜੀ। ਸਭ ਤੋਂ ਪਹਿਲੇ ਤੇ ਇਸ ਕਰੋਨਾ ਵਾਇਰਸ ਦੀ ਜਿਹੜੀ ਮਾਰ ਪੈ ਰਹੀ ਆ, ਇਹਦੇ ਬਾਰੇ ਬਹੁਤ ਮਤਲਬ ਬੁਰਾ ਹੋ ਰਿਹਾ ਪੂਰੇ ਸੰਸਾਰ ਦੇ ਨਾਲ ਹੀ ਜੀ। ਅੱਛਾ, ਇਹ ਕਾਰਨ ਇਹ ਆ ਵੀ ਜਿਹੜੀ ਸਾਡੀ ਅੰਤਰਾਤਮਾ ਜਿਹੜੀ ਗੁਰੂਆਂ ਨੇ ਜਗਾਈ ਸੀ ਸ਼ੁਰੂ ਤੇ 600 ਸਾਲ ਪਹਿਲੇ ਲਾ ਲਓ ਜਾਂ ਉਸ ਤੋਂ ਵੀ ਪਹਿਲੇ ਵੀ ਹੋਰ ਰਹਿਬਰਾਂ ਨੇ ਕੋਸ਼ਿਸ਼ਾਂ ਕੀਤੀਆਂ। ਬਿਲਕੁਲ ਬਿਲਕੁਲ, ਹਾਂਜੀ। ਤੇ ਉਹ ਫਿਰ ਆਪਾਂ ਉਹਨਾਂ ਦੇ ਜਿਹੜੇ ਤਰੀਕੇ ਉਹ ਆਪਾਂ ਵਰਤੇ ਨਹੀਂ। ਹਾਂਜੀ, ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਹੋ ਬਾਬੇ ਬੁੱਲੇ ਸ਼ਾਹ ਦਾ ਜੀ, ਤੇ ਇੱਕ ਜਗ੍ਹਾ ਬਾਬੇ ਬੁੱਲੇ ਸ਼ਾਹ ਜੀ ਕਹਿ ਰਹੇ ਆ ਵੀ ਜਾ ਜਾ ਵੜਦਾ ਮੰਦਰ ਮਸੀਤਾਂ, ਹਾਂਜੀ, ਤੇ ਕਦੀ ਮਨ ਆਪਣੇ ਵਿੱਚ ਵੜਿਆ ਹੀ ਨਾ। ਜੀ ਜੀ ਜੀ। ਨਹੀਂ ਪੜ੍ਹ ਆਲਮ ਫਾਜ਼ਲ ਬਣਿਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਾ। ਜੀ, ਜਾ ਜਾ ਵੜਦਾ ਮੰਦਰ ਮਸੀਤਾਂ, ਕਦੀ ਮਨ ਆਪਣੇ ਨੂੰ ਪੜ੍ਹਿਆ ਹੀ ਨਾ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ, ਕਦੀ ਨਫਸ ਆਪਣੇ ਨਾਲ ਲੜਿਆ ਹੀ ਨਾ। ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਪੜ੍ਹਿਆ ਹੀ ਨਹੀਂ। ਜੀ, ਕਹਿਣ ਦਾ ਮਤਲਬ ਅਸੀਂ ਆਪਣੇ ਆਪ ਨੂੰ ਵਿਸ਼ਲੇਸ਼ਣ ਨਹੀਂ ਕਰਦੇ। ਆਪਣੀ ਜਿਹੜੀ ਇਹਨਾਂ ਸਾਰੇ ਗੁਰੂਆਂ ਨੇ ਸਾਡੀ ਅੰਤਰਾਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਆਪਾਂ ਦੇਖਿਆ ਨਹੀਂ, ਉਹਨੂੰ ਲੱਭਿਆ ਨਹੀਂ। ਜਿਹੜਾ ਸਾਡੇ ਅੰਦਰ ਝਾਤੀ ਮਾਰਨ ਵਾਲੀ ਗੱਲ ਸੀ, ਉਹਨੂੰ ਆਪਾਂ ਅੰਦਰ ਝਾਤੀ ਨਹੀਂ ਮਾਰੀ ਤੇ ਗੁਰੂਆਂ ਨੂੰ ਫੋਲੋ ਨਹੀਂ ਕੀਤਾ। ਅੱਜ ਉਹੀ ਕੋਈ ਜਾਂ ਤੇ ਹੁਣ ਜਿਹੜੀ ਕਰੋਨਾ ਵਾਇਰਸ ਹੈ, ਇਹ ਇਹਦੇ ਕਈ ਤਰੀਕੇ ਦੱਸਦੇ ਆ। ਕੋਈ ਕਹਿ ਰਿਹਾ ਬਾਇਓ ਵਾਰ ਆ, ਕੋਈ ਕਹਿ ਰਿਹਾ ਮਤਲਬ ਇਹ ਨੇਚੁਰਲ ਵਾਇਰਸ ਆ। ਕੋਈ ਵੀ ਚੀਜ਼ ਆ, ਬੰਦੇ ਅਗਰ ਕਿਸੇ ਇਨਸਾਨ ਨੇ ਵੀ ਕੀਤੀ ਆ, ਪਰ ਕਾਰਨ ਤਾਂ ਇਹ ਆ ਨਾ, ਉਹਦੀ ਅੰਤਰਾਤਮਾ ਨਹੀਂ ਸੀ ਜਾਗੀ, ਉਹਨੇ ਇਸ ਕੁਦਰਤ ਨੂੰ ਸਮਝਿਆ ਨਹੀਂ, ਇਸ ਸੰਸਾਰ ਨੂੰ ਸਮਝਿਆ ਹੀ ਨਹੀਂ ਜੋ ਦੁਨੀਆ ਤੇ ਪਹਿਲੇ ਸਮਝਾ ਰਹੇ ਸੀ ਗੁਰੂ। ਇਸੇ ਕਾਰਨ ਹੀ ਇਹ ਜਿਹੜੀ ਬਿਮਾਰੀ ਆ ਇਹ ਫੈਲੀ ਆ। ਔਰ ਅੱਜ ਵੀ ਸਾਨੂੰ ਇਹ ਜ਼ਰੂਰਤ ਹੈ ਬਸ ਉਹ ਗੁਰੂਆਂ ਦੀ ਬਾਣੀ ਤੇ ਜਾਣਾ, ਵਿਸ਼ਵਾਸ ਕਰਨਾ ਚਾਹੀਦਾ। ਬਿਲਕੁਲ। ਤੇ ਫਿਰ ਇਹਦੇ ਸਾਰੇ ਮਸਲੇ ਹੱਲ ਹੋ ਜਾਣਗੇ।
ਬਿਲਕੁਲ ਤੇ ਕਿਉਂਕਿ ਕਿਸੇ ਨਾ ਕਿਸੇ ਦੇ ਅੰਦਰ ਤੋਂ ਬੈਠੇਗਾ ਹੀ ਗੁਰੂ, ਆ ਕੇ ਦੱਸੇਗਾ ਕੋਈ ਨਾ ਕੋਈ ਰਾਹ। ਥੈਂਕ ਯੂ ਜੀ। ਗੁਰੂਆਂ ਨੇ ਸਾਨੂੰ ਰਾਹ ਦੱਸੇ ਆ, ਪਰ ਅਸੀਂ ਉਹਨਾਂ ਨੂੰ ਸਮਝਦੇ ਨਹੀਂ। ਹੋਰ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਵੀਰ ਜੀ, ਤੁਸੀਂ ਫੋਨ ਕੀਤਾ, ਬਹੁਤ ਚੰਗਾ ਮੈਸੇਜ ਦੇ ਕੇ ਗਏ ਹੋ ਕਿ ਗੁਰੂ ਕਿਸੇ ਵੀ ਯੁੱਗ ਦੇ ਵਿੱਚ ਆਏ ਹਨ, ਕਿਸੇ ਵੀ ਐਰਾ ਵਿੱਚ ਆਏ ਹਨ। ਉਹ ਕਦੇ ਵੀ ਕਿਸੇ ਵੀ ਦੇਸ਼, ਕਿਸੇ ਵੀ ਸ਼ਹਿਰ, ਕਿਸੇ ਵੀ ਕਾਰਨਰ ਦੇ ਵਿੱਚ, ਦੁਨੀਆ ਦੇ ਕਾਰਨਰ ਵਿੱਚ ਆਏ ਹਨ। ਉਹਨਾਂ ਨੇ ਸਾਨੂੰ ਇੱਕ ਜ਼ਿੰਦਗੀ ਦਾ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਹਨੇਰੇ ਦੇ ਵਿੱਚ ਇੱਕ ਦੀਵਾ ਜਗਾ ਕੇ, ਇੱਕ ਲਾਈਟ ਦੇ ਕੇ, ਇੱਕ ਗਿਆਨ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਸਮਝੇ ਹੀ ਨਹੀਂ। ਅਵਿਦਿਆ ਕਾਰਨ, ਲੈਕ ਆਫ ਨੌਲੇਜ ਕਾਰਨ ਸਾਡੀ ਮੱਤ ਦਾ ਦੀਵਾ ਇੰਨਾ ਮੱਧਮ ਪੈ ਗਿਆ ਕਿ ਅਸੀਂ ਉਸ ਨੂੰ ਸਮਝ ਨਹੀਂ ਸਕੇ। ਕਿ ਜਿਸ ਤਰ੍ਹਾਂ ਗੁਰੂ ਜੀ ਇੱਕ ਹੋਰ ਸ਼ਬਦ ਵਿੱਚ ਕਹਿੰਦੇ ਹਨ ਕਿ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼। ਗੁਰੂ ਰਵਿਦਾਸ ਜੀ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ ਕਿ ਹਿਰਨ, ਮੱਛੀ, ਭੌਰਾ, ਪਤੰਗਾ ਜਾਂ ਹਾਥੀ, ਜਿੰਨੇ ਵੀ ਜਾਨਵਰ ਹੁੰਦੇ ਹਨ, ਪਰਮਾਤਮਾ ਨੇ ਉਹਨਾਂ ਦੇ ਵਿੱਚ ਇੱਕ ਇੱਕ ਕਮਜ਼ੋਰੀ, ਇੱਕ ਇੱਕ ਵੀਕਨੈਸ ਪਾਈ ਹੈ, ਜਿਸ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਨਾਲ ਜਾਣਿਆ ਜਾਵੇ। ਪਰ ਉਹਨਾਂ ਨੇ ਇਨਸਾਨ ਦੇ ਵਿੱਚ ਤੇ ਸਾਰੀਆਂ ਦੀਆਂ ਸਾਰੀਆਂ ਹੀ ਇਹ ਜੋ ਕਮਜ਼ੋਰੀਆਂ ਹੋ ਪਾਲਤੀਆਂ ਹਨ ਕਿ ਇਹ ਇਨਸਾਨ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਕਰ ਸਕਦਾ ਹੈ, ਇਹਨਾਂ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਕਿਉਂਕਿ ਉਸ ਨੂੰ ਨੌਲੇਜ ਹੀ ਨਹੀਂ, ਗਿਆਨ ਹੀ ਨਹੀਂ। ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼, ਪੰਚ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਜੋ ਸ਼ਬਦ ਹਨ, ਜੋ ਬਾਣੀ ਹੈ, ਜੋ ਗੁਰੂ ਜੀ ਸਾਨੂੰ ਸਮਝਾਉਂਦੇ ਹਨ, ਜੋ ਉਹਨਾਂ ਦੀ ਲਿਖਤਾਂ ਹਨ, ਜੋ ਸਾਨੂੰ ਉਹ ਬੋਲ ਕੇ ਦੱਸਦੇ ਹਨ, ਉਹ ਸਾਨੂੰ ਨੌਲੇਜ ਦੀ ਘਾਟ ਹੋਣ ਕਾਰਨ ਸਾਨੂੰ ਅੱਜ ਵੀ ਸਮਝ ਨਹੀਂ ਆ ਰਿਹਾ। ਤੇ ਗੁਰੂ ਜੀ ਦੇ ਲਾਗਿਓ ਅਗਰ ਅੱਜ ਵੀ ਅਸੀਂ ਉਹਨਾਂ ਨੂੰ ਸਮਝ ਲਈਏ, ਜੋ ਮੈਂ ਸ਼ਬਦ ਕਹਿ ਰਿਹਾ ਹਾਂ, ਸ਼ਬਦ ਪੜ੍ਹ ਰਿਹਾ ਹਾਂ, ਗੁਰੂ ਜੀ ਨੇ ਕਿਹਾ ਹੈ ਕਿ ਇਨਸਾਨ ਦੀ ਜ਼ਿੰਦਗੀ ਇੱਕ ਅਰਿੰਡ ਦੇ ਰੁੱਖ ਦੀ ਤਰ੍ਹਾਂ ਹੈ, ਜਿਸ ਦੀ ਕੋਈ ਵੀ ਕੁਆਲਿਟੀ ਨਹੀਂ ਹੁੰਦੀ, ਉਸ ਦੇ ਵਿੱਚ ਜ਼ਹਿਰ ਹੁੰਦੀ ਹੈ, ਕੌੜਾਪਣ ਹੁੰਦਾ ਹੈ। ਅਗਰ ਉਹ ਵੀ ਇੱਕ ਚੰਦਨ, ਜਿਸ ਨੂੰ ਸੈਂਡਲਵੁੱਡ ਦਾ ਨਾਂ ਨਾਲ ਜਾਣਿਆ ਜਾਂਦਾ, ਉਸ ਦੇ ਲਾਗੇ ਉੱਗ ਜਾਵੇ ਤੇ ਉਸ ਦੇ ਵਿੱਚੋਂ ਵੀ ਚੰਦਨ ਦੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਉਹ ਸੰਤ ਮਹਾਂਪੁਰਖ, ਉਹ ਇਨਸਾਨ ਜਿਨ੍ਹਾਂ ਵਿੱਚ ਕੁਛ ਇੱਕ ਕੁਆਲਿਟੀਜ਼ ਹੁੰਦੀਆਂ ਹਨ, ਜੋ ਗੁਰੂ ਹੁੰਦੇ ਹਨ, ਪੀਰ ਪੈਗੰਬਰ ਹੁੰਦੇ ਹਨ, ਜਿਨ੍ਹਾਂ ਦੇ ਵਿਚਾਰ ਚੰਗੇ ਹੁੰਦੇ ਹਨ, ਅਗਰ ਅਸੀਂ ਉਹਨਾਂ ਦੀ ਸੰਗਤ ਕਰੀਏ, ਉਹਨਾਂ ਦੇ ਕੋਲੋਂ ਸਿੱਖੀਏ, ਜਿਸ ਤਰ੍ਹਾਂ ਮੈਂ ਸ਼ਬਦਾਂ ਦੀ ਗੱਲ ਕਰਦਾ ਹਾਂ, ਬਾਣੀ ਦੀ ਗੱਲ ਕਰਦਾ ਹਾਂ, ਜਾਂ ਚੰਗੇ ਗਿਆਨ ਦੀ ਗੱਲ ਕਰਦਾ ਹਾਂ, ਜਾਂ ਚੰਗੀ ਯੂਨੀਵਰਸਿਟੀ, ਚੰਗੇ ਕਾਲਜ ਦੀ ਗੱਲ ਕਰਦਾ ਹਾਂ, ਅਗਰ ਅਸੀਂ ਉਹਨਾਂ ਦੇ ਲਾਗੇ ਹੋ ਕੇ ਉਹਨਾਂ ਕੋਲੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਉਹਨਾਂ ਵਾਲਾ ਨੌਲੇਜ ਸਾਡੇ ਵਿੱਚ ਆ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਿ ਅਰਿੰਡ ਦੇ ਵਿੱਚ ਵੀ ਚੰਦਨ ਵਾਲੀ ਮਹਿਕ ਆ ਜਾਂਦੀ ਹੈ, ਅਗਰ ਉਹ ਚੰਦਨ ਦੇ ਲਾਗੇ ਹੋ ਜਾਵੇ। ਪਰ ਅਸੀਂ ਉਸ ਦੇ ਲਾਗੇ ਹੁੰਦੇ ਹੀ ਨਹੀਂ, ਉਸ ਦੀ ਸ਼ਰਨ ਦੇ ਵਿੱਚ ਜਾਂਦੇ ਹੀ ਨਹੀਂ, ਉਸ ਦੀ ਸੰਗਤ ਦੇ ਵਿੱਚ ਜਾਂਦੇ ਹੀ ਨਹੀਂ। ਅਸੀਂ ਜ਼ਹਿਰਾਂ ਦੇ ਭਰੇ ਹੋਏ, ਨਫ਼ਰਤਾਂ ਦੇ ਭਰੇ ਹੋਏ ਹਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਭਰੇ ਹੋਏ ਹਾਂ, ਜਿਸ ਤਰ੍ਹਾਂ ਪੰਜ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ। ਗੁਰੂ ਜੀ ਕਹਿੰਦੇ ਹਨ कि तुम चंदन हम अरिंड बापरे संग तुम्हारे बासा, नीच रूख ते ऊंच पे हैं गंध सुगंध नवासा। अगर एक वो रुख जिसकी कोई वैल्यू नहीं, वो इंसान अपने आप नूं परमात्मा दे चंगी पासे, चंगी क्लास दे विच जां सतसंगत दे विच लै जावे ਤੇ ਉਸ ਦੇ ਵਿੱਚ ਉਹੀ ਕੁਆਲਿਟੀਆਂ ਆ ਜਾਂਦੀਆਂ ਹਨ ਜਿਨ੍ਹਾਂ ਕੁਆਲਿਟੀਆਂ ਨੂੰ ਸਾਨੂੰ ਅਡਾਪਟ ਕਰਨ ਦੀ ਜ਼ਰੂਰਤ ਹੈ। ਪਰ ਅਸੀਂ ਆਪਣੇ ਅਵਗੁਣਾ ਕਰਕੇ ਇਹੋ ਜਿਹੇ ਸੰਗਤ ਦੇ ਵਿੱਚ ਜਾਂਦੇ ਹੀ ਨਹੀਂ। ਉਹ ਸੰਗਤ ਕਿਹੋ ਜਿਹੀ ਹੈ? ਗੁਰੂ ਜੀ ਅਗਲੇ ਲਾਈਨਾਂ 'ਚ ਲਿਖਦੇ ਹਨ, तुम मखतूल सपेद सपैयल हम बपरे जस कीरा, सत संगत मिल रही माधो जैसे मधु मखीरा। एकदम पवित्र, एकदम साफ सुथरे ਉਹ ਸੰਤ ਮਹਾਂਪੁਰਖ, ਉਹ ਗੁਰੂ ਜਿਨ੍ਹਾਂ ਕੋਲ ਨੌਲੇਜ ਹੁੰਦਾ ਹੈ, ਜਿਨ੍ਹਾਂ ਨੇ ਸਾਨੂੰ ਬਾਣੀ ਲਿਖ ਕੇ ਦਿੱਤੀ ਹੈ, ਉਹਨਾਂ ਦੀ ਸੰਗਤ ਅਗਰ ਅਸੀਂ ਕਰੀਏ ਕਿ ਅਸੀਂ ਤੇ ਇੱਕ ਕੀੜੇ ਮਕੌੜਿਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਵੇਸਟ ਕਰ ਰਹੇ ਹਾਂ। ਅਗਰ ਅਸੀਂ ਉਹਨਾਂ ਦੀ ਸੰਗਤ ਦੇ ਵਿੱਚ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾਈਏ ਤੇ ਸਾਡੇ ਵਿੱਚ ਮਧੂ ਮੱਖੀਆਂ ਦੀ ਮਿਠਾਸ ਆ ਜਾਂਦੀ ਹੈ। ਜਾਤੀ ਓਸ਼ਾ ਪਾਤੀ ਓਸ਼ਾ, ਓਸ਼ਾ ਜਨਮ ਹਮਾਰਾ,
राजा राम की सेवना कीनी कह रविदास जमारा। सतगुरु रविदास जी अपने शब्दां 'ਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡੇ ਵਿਚਾਰ ਘਟੀਆ ਹੋਣ ਦੇ ਕਾਰਨ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਘਟੀਆ ਬਣਾ ਲਿਆ ਹੈ ਤੇ ਇਸੇ ਕਰਕੇ ਕਹਿੰਦੇ ਹਨ ਕਿ ਜਾਤੀ ਓਸ਼ਾ ਪਾਤੀ ਓਸ਼ਾ, ਕਿ ਘਟੀਆ ਵਿਚਾਰ ਹੋਣ ਦੇ ਕਾਰਨ ਅਸੀਂ ਬੁਰੀ ਸੰਗਤ ਦੇ ਵਿੱਚ ਪੈ ਕੇ ਅਸੀਂ ਰਿਐਲਿਟੀ ਤੋਂ, ਅਸੀਂ ਸੱਚਾਈ ਤੋਂ ਦੂਰ ਚਲੇ ਗਏ ਹਾਂ। ਉਸ ਸੱਚਾਈ ਨੂੰ ਸਮਝਣ ਦੀ ਜ਼ਰੂਰਤ ਹੈ। ਅਸੀਂ ਓਸ਼ੇਪਨ ਦੇ ਵਿੱਚ ਜਾ ਕੇ ਆਪਣੀਆਂ ਸੱਚਾਈਆਂ ਨੂੰ, ਚੰਗੇ ਕੰਮਾਂ ਨੂੰ ਭੁੱਲ ਗਏ ਹਾਂ ਤੇ ਅਗਰ ਅਸੀਂ ਉਹਨਾਂ ਨੂੰ ਅਡਾਪਟ ਦੁਬਾਰਾ ਕਰੀਏ, ਸਤ ਸੰਗਤ ਦੇ ਵਿੱਚ ਜਾ ਕੇ ਚੰਗੇ ਵਿਚਾਰ ਸਿੱਖੀਏ, ਚੰਗੀ ਸੰਗਤ ਕਰੀਏ ਤੇ ਆਪਣੇ ਆਪ ਨੂੰ ਸੋਧਣ ਦੀ ਕੋਸ਼ਿਸ਼ ਕਰੀਏ। ਕੋਈ ਵੀ ਆਦਮੀ ਪਰਫੈਕਟ ਨਹੀਂ ਹੁੰਦਾ, ਨੋਬਡੀ ਇਜ਼ ਪਰਫੈਕਟ। ਹਰ ਇੱਕ ਇਨਸਾਨ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਚੰਗਿਆਈਆਂ ਵੀ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ, ਅਗਰ ਅਸੀਂ ਦੇਖੀਏ ਬੁਰਾਈਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ। ਅਗਰ ਕਿਸੇ ਵੀ ਆਦਮੀ ਦੇ ਵਿੱਚ ਬੁਰਾਈਆਂ, ਅਗਰ ਤੁਸੀਂ ਮੇਰੇ ਵਿੱਚ ਤੁਸੀਂ ਬੁਰਾਈਆਂ ਦੇਖਣੇ ਸ਼ੁਰੂ ਕਰੋ, ਤੁਹਾਨੂੰ ਬੁਰਾਈਆਂ ਹੀ ਬੁਰਾਈਆਂ ਨਜ਼ਰ ਆਉਂਦੀਆਂ ਹਨ। ਅਗਰ ਚੰਗਿਆਈਆਂ ਕਿਸੇ ਵੀ ਅਸੀਂ ਕਿਸੇ ਵੀ ਇਨਸਾਨ ਦੇ ਵਿੱਚ ਦੇਖਣੇ ਸ਼ੁਰੂ ਕਰਾਂਗੇ ਤੇ ਸਾਨੂੰ ਅੱਛਾਈਆਂ ਹੀ ਅੱਛਾਈਆਂ, ਚੰਗਿਆਈਆਂ ਹੀ ਚੰਗਿਆਈਆਂ ਨਜ਼ਰ ਆਉਂਦੀਆਂ ਹਨ। ਆਓ ਆਪਾਂ ਬਾਣੀ ਦੇ ਕੋਲੋਂ, ਸ਼ਬਦਾਂ ਦੇ ਕੋਲੋਂ ਕੁਛ ਨਾ ਕੁਛ ਸਿੱਖੀਏ ਤੇ ਆਪਣੇ ਓਸ਼ੇਪਨ ਨੂੰ ਛੱਡ ਕੇ ਸਤ ਸੰਗਤ ਦੇ ਵਿੱਚ ਆ ਕੇ ਇੱਕ ਇਹੋ ਜਿਹਾ ਭਾਈਚਾਰਾ, ਇੱਕ ਇਹੋ ਜਿਹਾ ਪ੍ਰੇਮ ਕ੍ਰੀਏਟ ਕਰੀਏ ਜਿਸ ਦੀ ਅੱਜ ਐਗਜ਼ਾਮਪਲ ਸਾਨੂੰ ਮਿਲ ਰਹੀ ਹੈ ਕਿ ਦੁਨੀਆ ਦੇ ਹਰ ਇੱਕ ਆਦਮੀ, ਹਰ ਇੱਕ ਸ਼ਹਿਰ, ਹਰ ਇੱਕ ਕੰਟਰੀ, ਹਰ ਇੱਕ ਦੇਸ਼ ਨੇ ਫੌਜ ਰੱਖੀ ਦੂਜੇ ਦੇਸ਼ ਨੂੰ ਜਿੱਤਣ ਹਰਾਉਣ ਦੇ ਲਈ। ਮੈਂ ਇਹ ਕੀਤਾ, ਮੈਂ ਉਹ ਕਰਨਾ, ਬੜਾ ਆਪਣੇ ਆਪ ਦਿਖਾਉਣ ਦੇ ਲਈ। ਅੱਜ ਬਿਮਾਰੀ ਦੇ ਨਾਲ ਲੜਨ ਦੇ ਲਈ ਇਹਨਾਂ ਗੱਲਾਂ ਦੇ ਵਿੱਚ ਅਸੀਂ ਕੁਛ ਨਾ ਕੁਛ ਸਿੱਖ ਲਈਏ ਕਿ ਅੱਜ ਵੀ ਲੋਕ, ਅੱਜ ਵੀ ਵੱਖੋ ਵੱਖਰੀਆਂ ਕੰਟਰੀਜ਼ ਆਪੋ ਆਪਣੇ ਤਰੀਕਿਆਂ ਦੇ ਨਾਲ ਇਸ ਬਿਮਾਰੀ ਦਾ ਕੋਈ ਨਾ ਕੋਈ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਅਗਰ ਗੁਰੂ ਜੀ ਦੇ ਸ਼ਬਦਾਂ ਦੇ ਅਨੁਸਾਰ ਕਿ ਸਤ ਸੰਗਤ ਮਿਲ ਰਹੀ ਏ ਮਾਧੋ ਜੈਸੇ ਮਧੂ ਮਖੀਰਾ, ਗੁਰੂ ਜੀ ਐਗਜ਼ਾਮਪਲ ਕਰ ਦਿੰਦੇ ਹਨ ਕਿ ਅਗਰ ਸਾਰੀ ਦੁਨੀਆ ਇਕੱਠੀ ਹੋ ਕੇ ਇੱਕ ਮੱਖੀਆਂ ਦੀ ਤਰ੍ਹਾਂ ਇਕੱਠੀ ਹੋ ਜਾਵੇ, ਸਾਰੇ ਸਾਇੰਟਿਸਟ, ਸਾਰੇ ਫਿਲਾਸਫਰ, ਸਾਰੇ ਰਿਸਰਚਰ ਜਾਂ ਸਾਰੇ ਹੀ ਉਹ ਲੋਕ ਜਿਨ੍ਹਾਂ ਨੇ ਕੁਛ ਨਾ ਕੁਛ ਡਿਸਕਵਰੀ ਕਰਨੀ ਹੁੰਦੀ ਹੈ, ਅਗਰ ਉਹ ਸਾਰੇ ਹੀ ਕੁਛ ਨਾ ਕੁਛ ਆਪਣਾ ਹਿੱਸਾ ਪਾਉਣ ਤੇ ਇਸ ਚੀਜ਼ ਦਾ ਕੁਛ ਨਾ ਕੁਛ ਸੋਲੂਸ਼ਨ ਮਿਲ ਜਾਵੇਗਾ। ਅਗਰ ਅਸੀਂ ਇਕੱਲੇ ਹੀ ਇਸ ਚੀਜ਼ ਦੇ ਨਾਲ ਲੜਦੇ ਰਹੇ ਤੇ ਬਹੁਤ ਨੁਕਸਾਨ ਹੋ ਰਿਹਾ ਹੈ, ਬਹੁਤ ਨੁਕਸਾਨ ਹੋ ਰਿਹਾ ਹੈ। ਹੋਰ ਅਗਾਂਹ ਜਾ ਕੇ ਪਤਾ ਨਹੀਂ ਕਿੰਨਾ ਨੁਕਸਾਨ ਹੋਵੇਗਾ। ਕਿਹੋ ਜਿਹੇ ਮੋੜ ਤੇ ਲਿਆ ਕੇ ਸਾਨੂੰ ਪਰਮਾਤਮਾ ਨੇ ਖੜੇ ਕਰਤਾ ਹੈ ਕਿ ਆਪਸ ਦੇ ਵਿੱਚ ਪਾਈਆਂ ਹੋਈਆਂ ਨਫ਼ਰਤਾਂ, ਆਪਸ ਦੇ ਪਾਏ ਹੋਏ ਅਹੰਕਾਰ ਨੂੰ ਭੁੱਲ ਕੇ ਅਸੀਂ ਆਪਸ ਦੇ ਵਿੱਚ ਇੱਕ ਪ੍ਰੇਮ ਪਿਆਰ ਸਾਂਝ ਵਾਲੀ ਜ਼ਿੰਦਗੀ ਬਤੀਤ ਕਰਨੀ ਹੈ। ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿ ਕੇ ਅਸੀਂ ਇੱਕ ਛੋਟੇ ਦਾਇਰੇ ਦੇ ਵਿੱਚ ਰਹਿ ਕੇ ਵੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ। ਨਹੀਂ ਤੇ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਸੀ, ਇੱਕ ਰਾਜਾ ਭੁਲੇਖੇ ਦੇ ਨਾਲ ਹੀ ਬੈਗਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅਸੀਂ ਰੱਸੀ ਨੂੰ ਸੱਪ ਸਮਝ ਕੇ ਅਸੀਂ ਭੁਲੇਖਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹਾਂ। ਆਓ ਆਪਾਂ ਗੁਰੂ ਜੀ ਦੇ ਸ਼ਬਦਾਂ ਦੇ ਕੋਲੋਂ, ਆਓ ਆਪਾਂ ਬਾਬਾ ਬੁੱਲੇ ਸ਼ਾਹ ਦੇ ਕੋਲੋਂ, ਬਾਬਾ ਫਰੀਦ ਦੇ ਕੋਲੋਂ, ਗੁਰੂ ਨਾਨਕ ਦੇਵ ਜੀ ਦੇ ਕੋਲੋਂ ਤੇ ਹੋਰ ਜਿੰਨੇ ਵੀ ਪੀਰ ਪੈਗੰਬਰ ਹਨ ਉਹਨਾਂ ਦੇ ਕੋਲੋਂ ਕੁਛ ਨਾ ਕੁਛ, ਉਹਨਾਂ ਦੀ ਬਾਣੀ ਦੇ ਵਿੱਚ ਕੁਛ ਨਾ ਕੁਛ ਸਿੱਖੀਏ, ਆਪਸ ਦੇ ਵਿੱਚ ਨਫ਼ਰਤਾਂ ਨੂੰ ਖਤਮ ਕਰੀਏ। ਜਿਸ ਤਰ੍ਹਾਂ ਵੀਰ ਜੀ ਸਾਡੇ ਕਹਿ ਕੇ ਗਏ ਹਨ ਕਿ ਆਪਣੇ ਆਪ ਨੂੰ ਪੜ੍ਹਨ ਦੀ ਸਾਨੂੰ ਜ਼ਰੂਰਤ ਹੈ। ਬਾਬਾ ਬੁੱਲੇ ਸ਼ਾਹ ਦੀ ਮੈਂ ਗੱਲ ਕਰ ਰਿਹਾ ਸੀ ਕਿ ਬਾਬਾ ਬੁੱਲੇ ਸ਼ਾਹ ਨੂੰ ਲੋਕ ਮੱਤਾਂ ਦਿੰਦੇ ਹਨ ਕਿ ਬੁੱਲਿਆ ਮੱਤਾਂ, ਤੂੰ ਮਸਜਿਦ ਵਿੱਚ ਜਾ, ਉੱਥੇ ਕੁਛ ਉੱਥੋਂ ਸਿੱਖ। ਤੇ ਉਹਨਾਂ ਨੇ ਐਗਜ਼ਾਮਪਲ ਉਹਨਾਂ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਲਿਖਿਆ ਹੈ, ਬੁੱਲੇ ਨੂੰ ਲੋਕੀ ਮੱਤੀ ਦਿੰਦੇ, ਬੁੱਲਿਆ ਤੂੰ ਜਾ ਬਹੁ ਮਸੀਤੀ। ਬੁੱਲੇ ਨੂੰ ਲੋਕ ਸਮਝਾ ਰਹੇ ਨੇ ਆਪਣੇ ਤਰੀਕੇ ਨਾਲ ਕਿ ਤੂੰ ਮਸਜਿਦ ਵਿੱਚ ਜਾ, ਨਮਾਜ਼ ਪੜ੍ਹ। ਤੇ ਬਾਬਾ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਵਿੱਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ, ਕਿ ਦਿਲੋਂ ਅਸੀਂ ਤਾਂ ਉਹ ਨਮਾਜ਼ ਪੜ੍ਹਦੇ ਨੇ, ਦਿਲੋਂ ਤੇ ਅਸੀਂ ਉਹ ਲੰਗਰ ਲਾਉਂਦੇ ਨੇ, ਦਿਲੋਂ ਤਾਂ ਅਸੀਂ ਸਤਸੰਗ ਕਰਦੇ ਨੇ, ਦਿਲੋਂ ਤਾਂ ਅਸੀਂ ਸ਼ਬਦਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹੀ ਨਹੀਂ। ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ, ਕਿ ਬਾਹਰੋਂ ਧੋਣ ਦੇ ਨਾਲ ਤੇ ਕੁਛ ਨਹੀਂ ਬਣਨਾ, ਆਪਣੇ ਅੰਦਰ ਦੀ ਮੈਲ ਲਾਉਣ ਦੀ ਜ਼ਰੂਰਤ ਹੈ। ਉਹਨਾਂ ਸ਼ਬਦਾਂ ਦੇ ਵਿੱਚੋਂ, ਉਹਨਾਂ ਲਿਖਤਾਂ ਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਸਿੱਖਣ ਦੀ ਜ਼ਰੂਰਤ ਹੈ। ਬੁੱਲੇ ਨੂੰ ਲੋਕੀ ਮੱਤੀ ਦਿੰਦੇ, ਬੁੱਲਿਆ ਤੂੰ ਜਾ ਬਹੁ ਮਸੀਤੀ। ਵਿੱਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ, ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ। ਬਿਨ ਮੁਰਸ਼ਿਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ। ਬਿਨ ਮੁਰਸ਼ਿਦ
परमात्मा की प्राप्ति तो बिना, अपने माइंड नूं कंट्रोल करन तो बिना, अपने आप नूं कंट्रोल करन तो बिना, एक वो सच्ची प्रीत जोड़न तो बिना असी दिखावे की जिंदगी दे विच, जो इस अलचन दे विच, इस जिंदगी की दौड़ दे विच असी भुल गए हाँ, उसनूं दोबारा सोचने की जरूरत है, उसनूं रिफ्रैश करने की जरूरत है। अपने नॉलेज नूं, अपने ज्ञान नूं, जिस तरह असीं अज देखते हाँ कि साडा एटमोसफीयर, साडे लागे जो समुद्रां दा, नदियां दा पानी है, जां जंगल हैं, जां ट्री हैं, उन्हां ते प्रॉस्पैरिटी आ रही है। पशु पंछी भी अपने आप मस्ती दे विच आ रहे हैं, क्योंकि इस पोल्यूशन घट रही है, घरां दे विच बहण दे नाल दुनिया एकदम रुक गई है। आओ आपां इस तरह ही असी अपने आप नूं भी रिफ्रैश करिए, अपने आप भी कुछ सीखिए, अपने आप भी कुछ नॉलेज गेन करिए, एक दूसरे का लैन देन बढ़ाइए। अगर कोई जरूरतमंद है तो उसकी जरूरत नूं पूरा करिए। अगर असी किसी का सहारा बन सकते हैं, असी उन्हां दा सहारा बनीए। अगर असी किसी डिगे होए नूं चुक सकते हाँ, सानूं उसनूं चुकना चाहिए है। अगर असी किसी नूं बचा सकते हाँ, किसी नूं खाना दे सकते हैं, सानूं उन्हां दी मदद जरूर करनी चाहिए है। हो सकता है कि अज दा प्रोग्राम तुहानूं पसंद आया होवे। कंची टीवी देखते रहना, कंची टीवी सपोर्ट करते रहना। मेरे वालों आप सारिਆਂ ਨੂੰ एक बार फिर जय गुरुदेव, धन गुरुदेव, सत श्री अकाल, अस्सलाम वालेकुम, नमस्ते, थैंक यू जी।